Good morning, class. Our next topic is homogeneous differential equation. ਪਹਿਲਾਂ ਆਪਾਂ ਕਿਹੜਾ ਸੀ ਵੇਰੀਏਬਲ ਸੈਪਰੇਸ਼ਨ ਕਰਕੇ ਹਟੇ ਸੀ ਨਾ। ਹੁਣ ਆ ਗਿਆ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ। ਹੁਣ ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਆਪਣੇ ਕੋਲ ਇੱਦਾਂ ਦੀ ਕੋਈ ਇਕੁਏਸ਼ਨ ਦਿੱਤੀ ਹੋਏਗੀ ਜਿਹਨੂੰ ਆਪਾਂ ਸੈਪਰੇਟ ਨਹੀਂ ਕਰ ਸਕਦੇ। ਠੀਕ ਆ, ਸਪੋਜ਼ ਤੁਹਾਡੇ ਕੋਲ ਇਕੁਏਸ਼ਨ ਹੈ dy/dx ਇਜ਼ ਇਕੁਅਲ ਟੂ x + y/x। ਠੀਕ ਹੈ ਜੀ। ਹੁਣ ਅਗਰ ਮੈਂ ਇਹਨੂੰ ਬੋਲਾਂ ਕਿ ਤੁਸੀਂ ਇਹਨੂੰ ਸੈਪਰੇਟ ਕਰ ਦਿਓ, ਸੈਪਰੇਸ਼ਨ ਦਾ ਮਤਲਬ ਕੀ ਹੁੰਦਾ ਸੀਗਾ, ਆਪਾਂ ਐਕਸ ਦੇ ਨਾਲ ਐਕਸ ਵਾਲੀਆਂ ਸਾਈਡਸ ਕਰ ਦਿੰਦੇ ਸੀ, ਵਾਈ ਦੇ ਨਾਲ ਵਾਈ ਵਾਲੀ ਸਾਈਡਸ ਕਰ ਦਿੰਦੇ ਸੀ। ਬਟ ਅਗਰ ਮੈਂ ਹੁਣ ਤੁਹਾਨੂੰ ਬੋਲੂੰਗੀ ਕਿ ਤੁਸੀਂ ਐਕਸ ਔਰ ਵਾਈ ਨੂੰ ਸੈਪਰੇਟ ਕਰੋ, ਇਟ ਇਜ਼ ਪੋਸੀਬਲ ਇਨ ਦਿਸ ਇਕੁਏਸ਼ਨ ਨਹੀਂ। ਕਿਉਂ? ਦੇਖੋ, ਅਗਰ ਕਰਦੇ ਵੀ ਹਾਂ, ਜਿਹੜਾ ਮੇਰਾ ਡੀ ਐਕਸ ਆ ਉਧਰ ਜਾ ਕੇ ਡਿਨੋਮੀਨੇਟਰ 'ਚ ਚਲੇ ਜਾਏਗਾ, ਮਲਟੀਪਲਾਈ ਹੋ ਜਾਏਗਾ, ਪਹੁੰਚ ਕੇ ਆ ਗਿਆ ਐਕਸ। ਠੀਕ ਹੈ ਜੀ। ਬਟ ਐਕਸ ਦੇ ਨਾਲ ਇੱਥੇ ਵਾਈ ਤੋਂ ਚੱਲੀ ਜਾ ਰਹੀ ਆ। ਸੈਪਰੇਸ਼ਨ ਦਾ ਮਤਲਬ ਕੀ ਹੈ ਕਿ ਐਕਸ ਵਾਲੀਆਂ ਸਾਰੀਆਂ ਇੱਕ ਸਾਈਡ 'ਤੇ, ਵਾਈ ਵਾਲੀਆਂ ਸਾਰੀਆਂ ਟਰਮਸ ਇੱਕ ਸਾਈਡ 'ਤੇ। ਅਗਰ ਮੈਂ ਬੋਲੂੰ ਕਿ ਐਕਸ ਵਾਈ ਨੂੰ ਸੈਪਰੇਟ ਕਰੋ, ਪੋਸੀਬਲ ਹੀ ਨਹੀਂ ਆ। ਅਗਰ ਇਹ ਇੱਧਰ ਵੀ ਜਾਊਗਾ ਤਾਂ ਦੋਨੋਂ ਇਕੱਠੇ ਜਾਣਗੇ। ਇੱਧਰ ਮਲਟੀਪਲਾਈ ਚਾਹੇ ਇੱਧਰ ਜੇ ਡੀ ਵਾਈ ਵਾਲਾ ਆਊਗਾ ਵੀ ਤਾਂ ਡਿਵਾਈਡ ਹੋ ਜਾਏਗਾ। ਠੀਕ ਹੈ ਜੀ। ਇੱਧਰ ਕੀ ਬਚ ਜਾਊਗਾ ਐਕਸ। ਹੁਣ ਦੇਖੋ, ਆਹ ਵਾਲੀ ਟਰਮ ਜਿਹੜੀ ਐਕਸ ਪਲਸ ਵਾਈ ਆ, ਇਹ ਸੈਪਰੇਟ ਹੋ ਹੀ ਨਹੀਂ ਰਹੀ। ਕੋਈ ਕਰ ਹੀ ਨਹੀਂ ਸਕਦਾ ਇਹਨਾਂ ਨੂੰ ਸੈਪਰੇਟ ਇਨ ਅ ਸਿੰਪਲ ਵੇ। ਪੋਸੀਬਿਲਿਟੀ ਹੀ ਨਹੀਂ ਆ ਸੈਪਰੇਟ ਕਰਨ ਦੀ। ਹੈਗੀ ਕੋਈ ਪੋਸੀਬਿਲਿਟੀ? ਬਿਲਕੁਲ ਵੀ ਨਹੀਂ। ਠੀਕ ਹੈ ਜੀ। ਤੋ ਆਹ ਵਾਲਾ ਜਿਹੜੀ ਇੰਨੀ ਕੁ ਟਰਮ ਆ ਜਦੋਂ ਵੀ ਜਾਊਗੀ ਇਕੱਠੀ ਜਾਊਗੀ। ਜੇ ਐਕਸ ਸਾਈਡ ਰਹੂਗੀ ਤਾਂ ਵੀ ਇਕੱਠੀ ਰਹੂਗੀ, ਅਗਰ ਇਹ ਵਾਈ ਸਾਈਡ ਜਾਂਦੀ ਹੈ ਤਾਂ ਵੀ ਇਕੱਠੀ ਰਹੂਗੀ। ਬਟ ਇਹ ਆਪ ਕੀ ਹੈ? ਐਕਸ ਪਲਸ ਵਾਈ। ਠੀਕ ਹੈ ਜੀ। ਡਿਫਰੈਂਟ ਤਾਂ ਨਹੀਂ ਆ ਨਾ, ਇੱਕੋ ਹੀ ਆ। ਐਕਸ ਵੀ ਵਿੱਚ ਹੀ ਆ, ਵਾਈ ਵੀ ਵਿੱਚ ਹੀ ਆ। ਠੀਕ ਹੈ ਜੀ। ਇਹਦਾ ਮਤਲਬ ਕੀ ਆ ਕਿ ਇਹਨਾਂ ਸਾਈਡਸ ਨੂੰ ਸੈਪਰੇਟ ਕਰਨਾ ਇਸ ਟਰਮ ਦੇ ਅੰਦਰ ਪੋਸੀਬਲ ਹੀ ਨਹੀਂ ਆ। ਠੀਕ ਹੈ ਜੀ। ਸੈਪਰੇਸ਼ਨ ਵਿੱਚ ਪੋਸੀਬਲ ਹੀ ਨਹੀਂ ਆ। ਤਾਂ ਹੁਣ ਜਿਹੜਾ ਹੋਮੋਜੀਨੀਅਸ ਇਕੁਏਸ਼ਨ ਆ ਨਾ, ਉਹ ਕੀ ਬੋਲਦੀ ਆ, ਆਪਾਂ ਉਹ ਦੇਖਣਾ ਆ। ਫਸਟ ਆਫ ਆਲ, ਜਿਹੜੀ ਮੇਰੀ ਹੋਮੋਜੀਨੀਅਸ ਇਕੁਏਸ਼ਨ ਆ, ਫੰਕਸ਼ਨ ਹੁੰਦਾ ਆ। ਠੀਕ ਹੈ ਜੀ। ਇਕੁਏਸ਼ਨ ਦੇ ਅੰਦਰ ਮੇਰੇ ਕੋਲ ਫੰਕਸ਼ਨ ਹੋਊਗਾ। ਇਹਦੇ ਵਿੱਚ ਕੀ ਆ ਕਿ ਕੁਝ ਟਰਮ ਐਕਸ ਦੀਆਂ ਹੋਣਗੀਆਂ, ਕੁਝ ਟਰਮਸ ਇਹਦੇ ਵਿੱਚ ਵਾਈ ਦੀਆਂ ਹੋਣਗੀਆਂ। ਠੀਕ ਹੈ ਜੀ। ਹੁਣ ਜਦੋਂ ਆਪਾਂ ਇਹਨਾਂ ਨੂੰ ਚੇਂਜ ਕਰਨਾ, ਇਫ ਜਿਹੜਾ ਮੇਰਾ ਫੰਕਸ਼ਨ ਆ ਐਕਸ ਆ, ਉਹਦੇ ਨਾਲ ਕੀ ਹੋ ਜਾਣਾ? ਲੈਮਡਾ ਐਕਸ। ਦੈਨ ਜਿਹੜਾ ਵਾਈ ਆ ਉਹਦੇ ਨਾਲ ਮੇਰੇ ਕੋਲ ਕੀ ਲੱਗ ਜਾਣਾ? ਲੈਮਡਾ ਵਾਈ। ਦੇਖੋ, ਐਕਸ ਆ ਕੀ ਲੱਗ ਗਿਆ? ਲੈਮਡਾ ਐਕਸ। ਦੈਨ ਵਾਈ ਆ ਕੀ ਲੱਗ ਗਿਆ ਜੀ? ਲੈਮਡਾ ਵਾਈ। ਇੰਨੀ ਚੀਜ਼ ਸਮਝ ਲੱਗੀ? ਇੰਨੀ ਚੀਜ਼ ਸਮਝ ਲੱਗੀ। ਜਿਹੜਾ ਮੇਰਾ ਹੋਮੋਜੀਨੀਅਸ ਫੰਕਸ਼ਨ ਆ ਨਾ, ਉਹ ਧਿਆਨ ਨਾਲ ਸਮਝੋ। ਉਹਦੇ ਵਿੱਚ ਕੀ ਆ ਕਿ ਸੈਪਰੇਸ਼ਨ ਪੋਸੀਬਲ ਨਹੀਂ ਆ। ਬਟ ਆਪਾਂ ਕਰਾਂਗੇ, ਪੋਸੀਬਲ ਹੋ ਕਿੱਦਾਂ ਸਕਦੀ ਆ ਉਹ ਵੀ ਆਪਾਂ ਦੇਖਾਂਗੇ। ਬਟ ਇੰਨੀ ਕੁ ਕੰਡੀਸ਼ਨ 'ਚ ਸੈਪਰੇਸ਼ਨ ਪੋਸੀਬਲ ਨਹੀਂ ਆ। ਠੀਕ ਹੈ ਜੀ। ਹੁਣ ਆ ਗਿਆ ਹੋਮੋਜੀਨੀਅਸ ਫੰਕਸ਼ਨ ਮੇਰਾ ਕੀ ਬੋਲਦਾ ਹੈ ਕਿ ਇਹਦੇ ਵਿੱਚ ਕਿਹੜਾ ਫੰਕਸ਼ਨ ਹੁੰਦਾ ਜਿਹਦੇ ਵਿੱਚ ਕੁਝ ਟਰਮਸ ਐਕਸ ਦੀਆਂ ਹੁੰਦੀਆਂ, ਕੁਝ ਟਰਮਸ ਵਾਈ ਦੀਆਂ ਹੁੰਦੀਆਂ। ਠੀਕ ਹੈ। ਫਿਰ ਆਪਾਂ ਕੀ ਕਰਦੇ ਹਾਂ ਕਿ ਜਿਹੜਾ ਐਕਸ ਦੇ ਨਾਲ ਲੈਮਡਾ ਲਗਾ ਲੈਂਦੇ ਹਾਂ ਔਰ ਵਾਈ ਦੇ ਨਾਲ ਲੈਮਡਾ ਲਗਾ ਲੈਂਦੇ ਹਾਂ। ਠੀਕ ਆ ਜੀ। ਦੈਨ ਫਿਰ ਨੈਕਸਟ ਕੀ ਆਉਂਦਾ ਕਿ ਜਿਹੜੀ ਲੈਮਡਾ ਦੀ ਪਾਰ ਆ ਨਾ, ਅਗਰ ਉਹ ਆਪਾਂ ਨੂੰ ਐਨ ਵਿੱਚ ਮਿਲ ਜਾਵੇ, ਮਤਲਬ ਮੇਰੀ ਲੈਮਡਾ ਦੀ ਪਾਰ ਐਨ ਵਿੱਚ ਮਿਲ ਜਾਵੇ, ਸੇਮ ਐਨ ਦਾ ਮਤਲਬ ਕੀ ਹੈ ਕਿ ਦੋਨਾਂ ਦੀ ਪਾਰ ਸੇਮ ਹੋਣੀ ਚਾਹੀਦੀ ਆ। ਠੀਕ ਆ। ਐਕਸ ਦੇ ਨਾਲ ਜਿਹੜਾ ਲੈਮਡਾ ਆ ਜਾਂ ਵਾਈ ਦੇ ਨਾਲ ਜਿਹੜਾ ਵੀ ਲੈਮਡਾ ਆ, ਉਹਨਾਂ ਦੀ ਜਿਹੜੀ ਪਾਰ ਆ ਉਹ ਸੇਮ ਹੋਣੀ ਚਾਹੀਦੀ ਆ। ਠੀਕ ਆ ਜੀ। ਤਾਂ ਐਨ ਦਾ ਮਤਲਬ ਕੀ ਹੋਇਆ ਕਿ ਸੇਮ ਜਦੋਂ ਮਿਲ ਜਾਊਗੀ ਨਾ ਤਾਂ ਕੀ ਬਣ ਜਾਊਗਾ? ਲੈਮਡਾ ਐਨ ਫੰਕਸ਼ਨ ਐਕਸ ਵਾਈ। ਪਾਰ ਸੇਮ ਹੋ ਗਈ ਲੈਮਡਾ ਦੀ ਤਾਂ ਕਾਮਨ ਆ ਜਾਏਗਾ ਬਾਹਰ। ਠੀਕ ਆ। ਤਾਂ ਮੇਰਾ ਫੰਕਸ਼ਨ ਕੀ ਬਣ ਗਿਆ ਜੀ? ਐਕਸ ਵਾਈ। ਮਤਲਬ ਇਹਦੇ ਵਿੱਚ ਇਹ ਬਣ ਗਈ ਵਾਪਸ ਚੀਜ਼। ਠੀਕ ਹੈ ਜੀ। ਔਰ ਐਨ ਦਾ ਮਤਲਬ ਇਹਦੇ ਵਿੱਚ ਕੀ ਆ? ਐਨ ਦਾ ਮਤਲਬ ਕੀ ਆ ਕਿ ਡਿਗਰੀ ਆਫ ਹੋਮੋਜੀਨੀਅਸ। ਐਨ ਦਾ ਮਤਲਬ ਕੀ ਹੈ ਇਹਦੇ ਵਿੱਚ ਜੀ? ਡਿਗਰੀ ਆਫ ਹੋਮੋਜੀਨੀਅਸ। ਠੀਕ ਆ। ਇੰਨੀ ਚੀਜ਼ ਕਲੀਅਰ ਹੋਈ ਕਿ ਮੇਰੇ ਕੋਲ ਇਕੁਏਸ਼ਨ ਗਿਵਨ ਹੋਏਗੀ। ਠੀਕ ਹੈ ਜੀ। ਜਿਹਦੇ ਵਿੱਚ ਕੁਝ ਟਰਮਸ ਐਕਸ ਦੀਆਂ ਹੋਣਗੀਆਂ, ਕੁਝ ਟਰਮ ਵਾਈ ਦੀਆਂ ਹੋਣਗੀਆਂ। ਠੀਕ ਹੈ ਜੀ। ਫਿਰ ਆਪਾਂ ਕੀ ਕਰਾਂਗੇ? ਇਹਦੇ ਵਿੱਚ ਰਿਪਲੇਸਮੈਂਟ ਕਰਾਂਗੇ। ਐਕਸ ਦੇ ਨਾਲ ਲੈਮਡਾ ਐਕਸ ਲੱਗ ਜਾਏਗਾ, ਦੈਨ ਵਾਈ ਦੇ ਨਾਲ ਲੈਮਡਾ ਵਾਈ ਲੱਗ ਜਾਏਗਾ। ਠੀਕ ਹੈ ਜੀ। ਦੈਨ ਉਸ ਤੋਂ ਬਾਅਦ ਆਪਾਂ ਚੈੱਕ ਕਰਨਾ ਹੈ ਕਿ ਜਿਹੜੀ ਲੈਮਡਾ ਦੀ ਪਾਰ ਆ ਨਾ, ਉਹ ਸੇਮ ਹੋ ਜਾਵੇ। ਵੈਸੇ ਤਾਂ ਡਿਫਰੈਂਸ਼ੀਅਲ ਇਕੁਏਸ਼ਨ 'ਚ ਲੈਮਡਾ ਦੀ ਪਾਰ ਆਲਵੇਜ਼ ਤੁਹਾਨੂੰ 0 ਹੀ ਮਿਲੂਗੀ। ਠੀਕ ਹੈ ਜੀ। ਤਾਂ ਇਹਦੇ ਵਿੱਚ ਐਨ ਦਾ ਮਤਲਬ ਕੀ ਹੋ ਸਕਦਾ ਕਿ ਕੋਈ ਵੀ ਨੰਬਰ ਆ ਸਕਦਾ ਟਰਮਸ ਦਾ। ਦੈਨ ਫਿਰ ਵਾਰ ਕਾਮਨ ਆ ਜਾਏਗਾ ਤਾਂ ਫੰਕਸ਼ਨ ਵਾਪਸ ਉਹੀ ਬਣ ਜਾਏਗਾ। ਠੀਕ ਹੈ ਜੀ। ਔਰ ਐਨ ਕੀ ਹੋ ਗਿਆ? ਡਿਗਰੀ ਆਫ ਹੋਮੋਜੀਨੀਅਸ। ਇੰਨੀ ਚੀਜ਼ ਲੱਗੀ। ਔਰ ਆਪਣੇ ਕੋਲ ਜਿਹੜੀ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਦੀ ਡਿਗਰੀ ਆ ਨਾ, ਆਲਵੇਜ਼ ਕੀ ਆਊਗੀ ਇੱਥੇ? 0। ਠੀਕ ਹੈ ਜੀ। ਆਲਵੇਜ਼ ਮੋਸਟਲੀ ਕੀ ਆਊਗਾ ਮੇਰੇ ਕੋਲ? 0। ਆਹੀ ਤੁਹਾਨੂੰ ਦੇਖਣ ਨੂੰ ਜ਼ਿਆਦਾ ਮਿਲੂਗੀ। ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੋਈ। ਜਦੋਂ ਆਪਾਂ ਨੂੰ ਸਮ ਦਿੱਤਾ ਹੋਏਗਾ ਨਾ, ਜਦੋਂ ਤੁਸੀਂ ਇੰਨੀ ਕੁ ਚੀਜ਼ ਦੇਖ ਲਓਗੇ ਕਿ ਹਾਂਜੀ ਉਹਦੀ ਡਿਗਰੀ 0 ਆ, ਹੋਮੋਜੀਨੀਅਸ ਦੀ ਡਿਗਰੀ 0 ਆ ਰਹੀ ਹੈ, ਇਹਦਾ ਮਤਲਬ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਹਾਡਾ ਫੰਕਸ਼ਨ ਹੋਮੋਜੀਨੀਅਸ ਆ। ਇਹ ਤੋਂ ਪ੍ਰੂਵ ਹੋ ਜਾਣਾ। ਨੈਕਸਟ ਸਟੈਪ ਜਦੋਂ ਉਹਨੇ ਬੋਲ ਦੇਣਾ ਇਹਨੂੰ ਸੋਲਵ ਕਰੋ।
ਹੋਮੋਜੀਨੀਅਸ ਫੰਕਸ਼ਨ ਤੋਂ ਹੋ ਗਿਆ, ਸੋਲਵ ਕਰੋ। ਸੋਲਵ ਦੇ ਵਿੱਚ ਕੀ ਆ ਜਾਂਦੀ ਆ ਫਿਰ ਸੈਪਰੇਸ਼ਨ, ਔਰ ਸੈਪਰੇਸ਼ਨ ਪੋਸੀਬਲ ਤੋਂ ਮੈਨੂੰ ਦਿਖ ਹੀ ਨਹੀਂ ਰਹੀ। ਇਹ ਤਾਂ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸਦਾ ਨਾ। ਹੁਣ ਆ ਜਾਓ ਕਿ ਜਦੋਂ ਸੈਪਰੇਟ ਕਰਨਾ ਆ, ਸੋਲਵ ਕਰਨਾ ਆ, ਉਹਦੇ ਨਾਲ ਸੈਪਰੇਸ਼ਨ ਹੋ ਕਿੱਦਾਂ ਸਕਦੀ ਆ ਹੋਮੋਜੀਨੀਅਸ ਇਕੁਏਸ਼ਨ ਦੀ। ਠੀਕ ਆ ਜੀ, ਤਾਂ ਚਲੋ ਧਿਆਨ ਨਾਲ ਦੇਖੀਏ। ਜਦੋਂ ਵੀ ਆਪਾਂ ਮਤਲਬ ਆਈਸੀ ਐਗਜ਼ਾਮਪਲ ਨੂੰ ਚੁੱਕ ਲਓ, dy/dx। ਹੁਣ ਮੈਨੂੰ ਪਤਾ ਹੈ ਕਿ ਸੈਪਰੇਸ਼ਨ ਤੋਂ ਪੋਸੀਬਲ ਹੈ ਨਹੀਂ ਆ। ਠੀਕ ਹੈ ਜੀ, ਤਾਂ ਆਪਾਂ ਕੀ ਕਰਾਂਗੇ, x/x + y/x ਕਰ ਦਾਂਗੇ। ਤਾਂ ਆਹ ਕੀ ਹੋ ਗਿਆ 1 + y/x। ਤਾਂ ਮੋਸਟ ਆਫ ਫਿਰ ਕੀ ਕਰਾਂਗੇ, ਜਦੋਂ ਆਪਾਂ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰਨਾ ਆ, ਠੀਕ ਹੈ ਜੀ, ਤਾਂ ਇਹਨੂੰ ਸੈਪਰੇਟ ਕਰਨ ਲਈ ਆਪਾਂ ਮੋਸਟ ਆਫ ਕੀ ਯੂਜ਼ ਕਰਦੇ ਹਾਂ, ਸਾਰੀ ਟਰਮ ਨੂੰ ਆਪਾਂ y/x ਕਰ ਦਿੰਦੇ ਹਾਂ। ਮੋਸਟ ਆਫ ਸਾਰੀ ਟਰਮ ਨੂੰ y/x ਕਰ ਦਿੰਦੇ ਹਾਂ। ਹੁਣ ਇੱਥੇ ਮੇਰੇ ਕੋਲ y/x ਪਈ ਆ, ਇੱਧਰ ਵੀ y/x ਦਿਖ ਰਿਹਾ ਆ। ਠੀਕ ਹੈ ਜੀ, ਤਾਂ ਫਿਰ ਆਪਾਂ ਸਬਸਟੀਟਿਊਸ਼ਨ ਇੰਟੀਗਰਲ ਚੈਪਟਰ 'ਚ ਤੁਸੀਂ ਸਬਸਟੀਟਿਊਟ ਕਰਦੇ ਸੀਗੇ, ਕਿਸੇ ਟਰਮ ਨੂੰ ਸਬਸਟੀਟਿਊਟ ਕਰਦੇ ਸੀ, = t ਕਰ ਦਿੰਦੇ ਸੀ। ਠੀਕ ਹੈ ਜੀ, ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਕਿ y/x ਟਰਮ ਜਿਹੜੀ ਆਪਾਂ ਕਰਾਂਗੇ ਨਾ, ਉਹਨੂੰ ਸਬਸਟੀਟਿਊਟ ਕਰਾਂਗੇ। y/x ਨੂੰ ਆਪਾਂ ਕੀ ਸਬਸਟੀਟਿਊਟ ਕਰ ਦੇਣਾ ਇਹਦੇ ਵਿੱਚ v। ਇੰਟੀਗਰਲ 'ਚ ਆਪਾਂ t ਕਰ ਦਿੰਦੇ ਸੀ ਨਾ, ਕੋਈ ਵੀ ਵੇਰੀਏਬਲ ਲੈ ਸਕਦੇ ਹੋ ਤੁਸੀਂ, ਅਤੇ ਇਹਦੇ ਵਿੱਚ ਆਪਾਂ ਕਰ ਦੇਣਾ v। ਇਹਦਾ ਮਤਲਬ ਮੇਰੇ ਕੋਲ y ਦਾ ਕੀ ਆਂਸਰ ਨਿਕਲ ਸਕਦਾ, v/x ਨਿਕਲ ਸਕਦਾ। ਠੀਕ ਹੈ, y ਨੂੰ ਆਪਾਂ ਕੀ ਪੁੱਟ ਕਰ ਸਕਦੇ ਹਾਂ, v/x ਪੁੱਟ ਕਰ ਸਕਦੇ ਹਾਂ। ਇਹਦੇ ਵਿੱਚ ਸੋਲਵ ਜਦੋਂ ਹੋਮੋਜੀਨੀਅਸ ਨੂੰ ਸੋਲਵ ਕਰਨਾ ਨਾ, ਇਹਦੇ ਵਿੱਚ ਇੱਕ ਆਹ ਵਾਲੀ ਚੀਜ਼ ਐਡ ਹੋ ਰਹੀ ਆ। ਔਰ ਇਹ ਹੋ ਵੀ ਕਿੱਦਾਂ ਰਹੀ ਆ, ਆਪਾਂ ਜਿਹੜੀ ਵੀ ਇਕੁਏਸ਼ਨ ਦਿੱਤੀ ਹੋਏਗੀ, ਠੀਕ ਹੈ ਜੀ, ਮੈਨੂੰ ਪਤਾ ਸੋਲਵ ਨਹੀਂ ਹੋ ਰਹੀ, ਉਹਨੂੰ ਆਪਾਂ ਸਿੰਪਲੀਫਾਈ ਕਿਹਦੇ ਵਿੱਚ ਕਰ ਦੇਣਾ, y/x ਦੇ ਵਿੱਚ। ਔਰ ਉਹੀ y/x ਨੂੰ ਆਪਾਂ ਕੀ ਪੁੱਟ ਕਰ ਦੇਣਾ, v। ਔਰ ਇਹਦੇ ਤੋਂ ਆਪਾਂ ਨੂੰ ਕੀ y ਦੀ ਵੈਲਿਊ ਮਿਲ ਸਕਦੀ ਆ, vx। ਠੀਕ ਹੈ ਜੀ, ਹੁਣ ਇਹੀ ਕੌਨਸੈਪਟ ਨੂੰ ਔਰ ਇਸ ਕੌਨਸੈਪਟ ਨੂੰ ਆਪਾਂ ਕਿਹਦੇ ਵਿੱਚ ਪੁੱਟ ਕਰਦੇ ਹਾਂ, ਸਮ ਦੇ ਵਿੱਚ, ਜਿਹੜਾ ਤੁਹਾਨੂੰ ਈਜ਼ੀਲੀ ਜਲਦੀ ਸਮਝ ਲੱਗ ਜਾਊਗਾ। ਠੀਕ ਹੈ ਜੀ, ਹਾਂਜੀ। ਹੁਣ ਦੇਖੋ ਆਪਣੇ ਕੋਲ ਸਮ ਆ ਗਿਆ, ਉਹਨਾਂ ਨੇ ਬੋਲਿਆ ਸੋਲਵ ਕਰਨਾ ਇਹਨੂੰ। x² dy/dx = x² + yx × y + 4y²। ਸੋਰੀ, x² + 5x × y + 4y²। ਠੀਕ ਹੈ ਜੀ, ਹੁਣ ਦੇਖੋ xy ਇਕੱਠਾ ਹੋ ਰਿਹਾ ਆ, ਸੈਪਰੇਟ ਕਰ ਨਹੀਂ ਸਕਦੇ ਤੁਸੀਂ x ਵਾਲੀਆਂ ਸਾਈਡ ਨੂੰ x ਸਾਈਡ ਔਰ y ਵਾਲੀਆਂ ਸਾਈਡ ਨੂੰ y ਸਾਈਡ, ਪੋਸੀਬਲ ਨਹੀਂ ਆ। ਠੀਕ ਹੈ ਜੀ, ਅਗੇਨ ਇਸ ਟਰਮ ਦੇ ਵਿੱਚ ਸੈਪਰੇਸ਼ਨ ਪੋਸੀਬਲ ਹੀ ਨਹੀਂ ਆ ਵਿਦਾਊਟ ਸਬਸਟੀਟਿਊਸ਼ਨ। ਸਬਸਟੀਟਿਊਸ਼ਨ ਇਜ਼ ਅ ਮਸਟ। ਜਿਹੜੀ ਆਪਾਂ y/x ਕਰਕੇ ਹਟੇ ਆ ਨਾ ਕਿ v ਪੁੱਟ ਕਰ ਦਾਂਗੇ, ਤਾਂ ਜਿਹੜੀ ਹੋਮੋਜੀਨੀਅਸ ਇਕੁਏਸ਼ਨ ਆ ਨਾ, ਜਦੋਂ ਇਹਨੂੰ ਸੋਲਵ ਕਰਨਾ ਆ, ਇਹਦੇ ਵਿੱਚ ਸੈਪਰੇਸ਼ਨ ਹੋ ਨਹੀਂ ਸਕਦੀ ਵਿਦਾਊਟ ਸਬਸਟੀਟਿਊਸ਼ਨ। ਠੀਕ ਹੈ ਜੀ, ਤਾਂ ਹੁਣ ਪਹਿਲਾਂ ਆਪਾਂ ਸਿੰਪਲੀਫਾਈ ਕਰਾਂਗੇ, ਮਤਲਬ dy/dx ਨੂੰ ਇੱਕ ਸਾਈਡ 'ਤੇ ਰੱਖਦੇ ਹਾਂ ਅਤੇ ਬਾਕੀ ਸਾਰੀ ਟਰਮ ਦੂਸਰੀ ਸਾਈਡ ਜਾਂਦੀ ਹੈ ਆਪਣੀ, ਫਿਰ ਹੀ ਆਪਾਂ ਸਮ ਨੂੰ ਸੋਲਵ ਆਊਟ ਕਰਾਂਗੇ। ਤਾਂ ਚਲੋ ਕੀ ਕਰਦੇ ਹਾਂ, ਸਟਾਰਟਿੰਗ ਕਰਦੇ ਹਾਂ। dy/dx ਐਜ਼ ਇਟ ਇਜ਼, x² ਇੱਧਰ ਕੀ ਆ ਜੀ, ਮਲਟੀਪਲਾਈ, ਦੂਸਰੀ ਸਾਈਡ ਜਾ ਕੇ ਕੀ ਹੋ ਜਾਏਗਾ, ਡਿਵਾਈਡ, x² + 5xy + 4y² ਅਪੋਨ x²। ਇੰਨੀ ਟਰਮ ਹੋਈ, ਇੰਨੀ ਟਰਮ ਹੋਈ। ਹੁਣ ਇਸ ਤੋਂ ਜ਼ਿਆਦਾ ਤਾਂ ਤੁਸੀਂ ਸੈਪਰੇਟ ਕਰ ਹੀ ਨਹੀਂ ਸਕਦੇ ਇਹਨਾਂ ਨੂੰ, ਮਤਲਬ ਆਹ ਤੋਂ ਸੈਪਰੇਸ਼ਨ ਹੀ ਹੈ, ਜਸਟ ਥੋੜ੍ਹਾ ਜਿਹਾ ਸਿੰਪਲੀਫਾਈ ਕਰ ਰੱਖਿਆ ਆਪਾਂ ਕਿ dy/dx ਨੂੰ ਇੱਕ ਸਾਈਡ ਰੱਖ ਦਈਏ, ਜੋ ਉਹਦੇ ਨਾਲ ਉਹ ਦੂਸਰੀ ਸਾਈਡ ਲੈ ਜਾਈਏ। ਠੀਕ ਹੈ ਜੀ, ਹੁਣ ਸੈਪਰੇਸ਼ਨ ਕਰਨੀ ਆ, ਸੈਪਰੇਸ਼ਨ ਪੋਸੀਬਲ ਨਹੀਂ ਆ, ਤਾਂ ਸੈਪਰੇਸ਼ਨ ਪੋਸੀਬਲ ਕਿਹਦੇ ਨਾਲ ਆ, ਸਬਸਟੀਟਿਊਸ਼ਨ ਦੇ ਨਾਲ। ਤਾਂ ਕਰੋ ਪੁੱਟ y ਨੂੰ ਮੈਂ ਕੀ ਦੱਸਿਆ ਸੀ, ਆਪਾਂ ਕੀ ਪੁੱਟ ਕਰ ਸਕਦੇ ਹਾਂ, vx ਕਰ ਸਕਦੇ ਹਾਂ ਨਾ ਪੁੱਟ। ਸੋ ਦੈਟ ਆਪਣੇ ਕੋਲ ਇਹਨੂੰ ਕੀ ਨੈਕਸਟ ਸਟੈਪ ਕੀ ਹੁੰਦਾ, ਡਿਫਰੈਂਸ਼ੀਏਟ ਕਰਨਾ। ਡਿਫਰੈਂਸ਼ੀਏਟ ਕਰ ਦਿਓ ਵਿਦ ਰਿਸਪੈਕਟ ਟੂ x, ਤੋਂ ਕੀ ਬਣ ਜਾਊਗਾ, dy/dx। ਹੁਣ vx ਪ੍ਰੋਡਕਟ ਰੂਲ ਲੱਗ ਜਾਊਗਾ, v × x uv ਦਾ, ਤਾਂ ਕੀ ਆ, v ਐਜ਼ ਇਟ ਇਜ਼ ਡੈਰੀਵੇਸ਼ਨ ਆਫ x। ਠੀਕ ਹੈ ਜੀ, ਦੈਨ ਪਲੱਸ x ਐਜ਼ ਇਟ ਇਜ਼, ਦੈਨ ਡੈਰੀਵੇਸ਼ਨ ਆਫ v। ਆਹੀ ਪ੍ਰੋਡਕਟ ਰੂਲ ਬੋਲਦਾ ਮੇਰਾ। ਤਾਂ ਕੀ ਬਣ ਗਿਆ, dy/dx v। ਠੀਕ ਹੈ ਜੀ, ਪਲੱਸ ਬਿਕੋਜ਼ dx ਕੈਂਸਲ ਹੋ ਜਾਣਾ, x × dv/dx। ਇਹ ਚੀਜ਼ ਆ ਗਈ ਸੋਲਵ ਆਊਟ ਕਰਕੇ, ਡਿਫਰੈਂਸ਼ੀਏਟ ਕਰਨ ਤੋਂ ਬਾਅਦ। ਹੁਣ ਦੇਖੋ ਮੇਰੇ ਕੋਲ ਇੱਕ ਆ ਨਵੀਂ ਚੀਜ਼ ਬਣ ਗਈ, ਇਸ ਟਰਮ ਨੂੰ ਆਪਾਂ ਡਿਫਰੈਂਸ਼ੀਏਟ ਕੀਤਾ, ਮੇਰੇ ਕੋਲ ਆ ਗਿਆ। ਹੁਣ ਦੇਖੋ ਧਿਆਨ ਨਾਲ, dy/dx ਇੱਥੇ ਵੀ ਆ, ਇੱਥੇ ਵੀ ਆ, ਇਹਦਾ ਮਤਲਬ ਮੈਂ dy/dx ਦੀ ਜਿਹੜੀ ਆ ਵੈਲਿਊ ਆਈ ਆ, ਇਹਨੂੰ ਇੱਥੇ ਪੁੱਟ ਕਰ ਸਕਦੀ ਹਾਂ, ਕਰ ਸਕਦੇ ਹਾਂ। ਤਾਂ ਚਲੋ ਇਹਨੂੰ ਇਕੁਏਸ਼ਨ ਨੰਬਰ 1 ਦੇ ਦਿਓ। ਹੁਣ ਆ ਜਾਓ ਫਰੋਮ 1, ਤੋ ਜਿਹੜਾ dy/dx ਆ, ਜਿਹੜੀ ਆਪਾਂ ਉਹਦੀ ਵੈਲਿਊ ਸੋਲਵ ਆਊਟ ਕੀਤੀ ਆ, ਉਹਨੂੰ ਇੱਥੇ ਪੁੱਟ ਕਰ ਦਿਓ। ਤਾਂ ਕੀ ਬਣ ਜਾਊਗਾ ਮੇਰਾ, v + x dv/dx। ਠੀਕ ਹੈ ਜੀ, ਇਜ਼ ਇਕੁਅਲ ਟੂ, ਦੂਸਰੀ ਸਾਈਡ ਕੀ ਪਿਆ ਹੋਇਆ ਆ, x² + 5xy + 4y² ਅਪੋਨ x²।
बट हुण देखो जिथे जिथे मेरा वाई आ रहा वाई मैं की पुट किया है वी एक्स तो उत्थे तो वी एक्स पुट कर दो तो की हो गया वी प्लस एक्स डी वी अपॉन डी एक्स एज इट इज़ दैन एक्स स्क्वेयर एज इट इज़ प्लस 5x एज इट इज़ दैन वी वाई की जगह तो की पुटिया मेरा वी एक्स प्लस 4 हम अगेन वाई स्केयर की होना वी स्केयर एक्स स्केयर अपॉन की आ रहा जी एक्स स्केयर इन्नी चीज़ समझ लगी ठीक है। हुण देखो वी प्लस एक्स डी बी अपॉन डी एक्स हुण देखो की बन गया एक्स स्केयर प्लस 5 एक्स 2 टाइम्स आ बेस सेम आ पावर ऐड कर दो तो की बन जाना एक्स स्केयर वी तो एज इट इज़ प्लस 4 वी स्केयर इंटू एक्स स्केयर अपॉन की एक्स स्केयर ठीक है वी ठीक इनू एज इट इज़ दैन हुण इहदे विचों देखो उपर सारिਆਂ 'ਚ एक्स स्केयर कॉमन आ एक्स स्केयर कॉमन कर लिया अंदर की बच गया 1 प्लस 5b प्लस 4b स्केयर अपॉन की आ रही जी एक्स स्केयर कैंसल की बन गया b प्लस एक्स डी बी अपॉन डी एक्स दैन 1 प्लस 5b प्लस 4b स्केयर ठीक आ इन्नी चीज़ समझ लगी इन्नी चीज़ समझ लगी भी सारिਆਂ ਨੂੰ हुण जिहड़ा इधर बी आएगा ना इन्हें ऑलवेज इधरली साइड जाना ठीक है जी जिहड़ा मेरा वी आ वो ऑलवेज दूसरी साइड जाऊगा तो हुण देखो इधर की बचूगा एक्स डी बी अपॉन डी एक्स हुण इधर भी पॉजिटिव का सीगा पहलों अपनी टर्म एज इट इज़ लिख लो इधर भी पॉजिटिव का सी दूसरी साइड जाके की हो गया जी भी नैगेटिव का एक्स डी वी अपॉन डी एक्स इज इक्वल टू 1 एज इट इज़ हुण 5b आ इधर की आ 1b 5 दे विचों 1 गया आंसर इज़ 4b और पॉजिटिव का होगा बिकॉज की आ जी मेरे को 5 बड़ा है पॉजिटिव का नाल की आ रहा प्लस 4b स्क्वेयर इन्नी टर्म हुई इन्नी टर्म समझ लगी सारिਆਂ ਨੂੰ कि आप किद्दां इन्ना सोल्यूशन करके आए हैं जस्ट ये अपना इत्थों तक हजे पहुँचा आ थोड़ा बहुत सिंपलीफाई करके ठीक है जी ध्यान नाल देखो जोड़ा जोड़ा स्टैप कर रहे हैं ध्यान नाल देखना है ठीक है जी मिस नहीं करना कुछ इन्नी गल समझ लगी आ इस तो बाद चों तुहानूं पता लगता है इस तो बाद तुहानूं देख के लग रहा कि तुसीं इस टर्म नूं सैपरेट कर सकते हो वेरीएबल्स नूं सैपरेट कर सकते हो ठीक है जी और मैं तुहानूं बोलिया सी जिहड़ा तुहाडा डी वी आ जां डी वाई आ जां डी एक्स आ ये ऑलवेज डिनोमीनेटर च आएगा डिनोमीनेटर च कदे नहीं आएगा ठीक है जी तो डिनोमीनेटर च ही रहेगा तो किस तरह होएगा हुण ध्यान दो मैं की बोलिया कि जिहड़ा मेरा डी वी आ वो डिनोमीनेटर च होना चाहिए आ और मेरा डी एक्स भी डिनोमीनेटर च ही होना चाहिए आ इट मीनस की होएगा मेरी जिहड़ी आ सारी बी वाली टर्म आ ये इधर आ जाएगी तो की बन जाएगा 1 प्लस 4b स्क्वेयर इज इक्वल टू जोड़ा एक्स अपॉन डी एक्स दूसरी साइड चले जाएगा तो की बन जाएगा डी एक्स अपॉन एक्स लगी समझ मैं बोलिया से ना डी वाई डी वी डी एक्स जो भी आ डी एक्स वाली टर्म्स आ जड़ियाँ ਜਾਂ डी वाई वालियाँ ਜਾਂ डी वी वालियाँ ऑलवेज डिनोमीनेटर च ही आनिया चाहिए डिनोमीनेटर च नहीं आनिया चाहिए इन्नी गल समझ हुई सैपरेशन हो गया ठीक है जी ये मेरा किहड़ा स्टैप हो गया जी सैपरेटिंग दा वेरीएबल्स हुण उस तो बाद आप की करते होंगे सीगे इक्वेशन बनाने लई इंटीग्रेशन तो करो इंटीग्रेट कर दो इंटीग्रेटिंग ठीक है जी तो इंटीग्रेटिंग क्या जाना 1 अपॉन 1 प्लस 4b स्क्वेयर इज इक्वल टू 1 अपॉन एक्स इंटू डी एक्स नाल इधर क्या जाना डी बी इन्नी गल हुई जी हुण इंटीग्रेट कर दो हुण लगता कि आवली चीज़ में ध्यान नाल देखो लगता किसी चीज़ का फॉर्मूला बन रहा सैट करो 2v प्लस 1 का होल स्क्वेयर ओपन कर दो की बन जाऊगा मेरे को फिर a का स्क्वेयर प्लस b का स्क्वेयर प्लस 2ab आई चीज़ बनूगी तो की बन रहा फिर 4v स्क्वेयर प्लस 1 प्लस 4b रीअरेंज कर दो 1 प्लस 4b प्लस 4v स्क्वेयर आही चीज़ बन रही है इट मीनस किस तो बन रही है इस चीज़ तो इधर जगह तो मैं अपना फॉर्मूला पुट कर सकती हाँ मतलब वाली इक्वेशन टर्म पुट कर सकती हाँ यस तो की बन जाएगा 1 अपॉन 2v प्लस 1 द होल स्क्वेयर इन टू डी वी डी एक्स ठीक है जी इन्नी चीज़ समझ लगी तो वापस अगेन की बन सकता है फिर पॉजिटिव चार्ज तो ऊपर चले जाएगा तो की हो जाएगा जी इन्वर्स पार्ट चले जानी और इधर क्या 1 अपॉन एक्स डी एक्स ठीक है जी
तो जो मेरा इंटीग्रेशन आ फिर वो की बोलती होंगी आ कि पार्ट दे विच ऐड होंगी टर्म, तो की बन जूगा मेरा 2v+1 माइनस 2+1, नीचे भी की बन जूगा -2। दैन इधरली साइड मेरे को 1/x dx की होंगे जी log x, और नाल मैं दसिया सी ना एक साइड से कॉन्सटेंट आ सकता, ठीक है जी। तो सॉल्व आउट करके की बन गया 2b+1 -1 अपॉन -1 log +c, ठीक है जी। दैन मेरा वाला माइनस इधर चले जाएगा, जी इनवर्स वाली टर्म है की बन गया 2v+1 इज इक्वल टू log mod ऑफ x प्लस c, ठीक है। ओ वेट अपनी इतने मिसटेक हुई है, इतने 2 आएगा, वी आ रहा ना, वी नाल इंटीग्रेशन हो रही है, तो नाल की हो रहा 2 मल्टीप्लाइज, ठीक है जी। इन्नी चीज़ हुई। इस तो बाद हुण की आ रहा मेरे को 2 तो एज इट इज़ मल्टीप्लाई वाला, हुण अंदर की टर्म आ रही है 2v+1, 2 एज इट इज़। हुण बी नूं आपां की सबस्टिट्यूट किया सीगा, ठीक आ देखो आप y नूं vx लिखिया सीगा। हुण अगर मैं इहदे विचों v की वैल्यू फाइंड करनी आ, तो जो x इधर डिवाइड मल्टीप्लाई या दूसरी साइड जाके की हो जाएगा डिवाइड, तो मेरे को v के कोल आ जाएगा y/x दे, तो आप इत्थे v की जगह तो की पुट कर लाँगे y/x, नाल की आ रहा +1, ठीक है जी। और दूसरी साइड log mod ऑफ x प्लस c, दैन इनू सिंपलीफाई कर लो, x दी क्या एलसीएम ले लो, तो की बन गया 2y+x अपॉन x इज इक्वल टू log mod ऑफ x प्लस c। हुण जिहड़ा वाला x आ 1 दे नाल उपर जाके मल्टीप्लाई हो जाएगा, तो मेरे को लग गया -x अपॉन 2 × 2y+x, तो इधरली साइड की आ रहा log mod ऑफ x प्लस c, ठीक है जी। इन्नी चीज़ समझ आ रही है। तो आप एक इक्वेशन बनानी है, तो इक्वेशन हम मेरी किद्दां बन जाऊगी फिर log x, ठीक है। हुण आ सारी माइनस की टर्म आ, जो इधर आएगी कि टर्म बन जानी सारी प्लस दी, सारी टर्म कि बन जाऊगी फिर मेरे को प्लस दी कि x अपॉन 2 × x नाल क्या आ रहा प्लस c इज इक्वल टू 0, रीअरेंज कर दो 2y+x प्लस log mod ऑफ x प्लस c इज इक्वल टू 0। अपने को की बन गई जी एक रिक्वायर्ड सोल्यूशन आ गया, ठीक है जी। हुण ध्यान दे नाल वापस होमोजीनियस वाली चीज़ नूं देखो। फस्ट की सी कि आपां पहलों तो यही टर्म आना कि मैंने पता किद्दां चलूगा ये होमोजीनियस आ। होमोजीनियस च आपां की बोलिया सीगा कि तुसीं सिंपल देखना आ कि जिहड़ा तुहाडे लैमडा दी पार आ वो सेम आ जाए, दैन वो फिर 0 हो ही जानी आ। अगर उपर भी लैमडा दी पार सेम आ, सपोज दैट मेरे को उपर लैमडा दी पार 2 आ रही आ, इत्थे कोई टर्म आ रही आ x+y, ठीक है जी, नीचे कोई भी लैमडा x आ नाल स्केयर आ रही आ। हुण आ वाली टर्म आ कैंसल हो के की बन जानी आ, लैमडा 0 बचूगा अपने को, लैमडा की पार्ट 0 बचूगी, अदरवाइज मेरा लैमडा इत्थे पॉजिटिव दे विच आ, ठीक है जी। हुण आ वाली जो लैमडा उपर जाएगा तो इनवर्स च हो जाएगा, बेस सेम आ, जो तुसीं पावर्स ऐड करोगे 2 की आ वाली -2 की कैंसल होकर फिर भी तुहाडे कोल की आ जाना 0 ही। और मेरी होमोजीनियस डिफरेंशियल इक्वेशन ने की बोलिया कि उसकी डिग्री ऑलवेज की आनी आ 0 ही, ठीक आ। तो जो तुसीं उसी टर्म नूं इहदे विच अप्लाई करोगे तो 0 आनी है। देखो ये मैं लैमडा लाऊंगी, लैमडा स्क्वेयर हो जाना एक्स के नाल, बिकॉज एक्स स्क्वेयर है तो मैं बोलिया ना जिथे जिथे अपनी एक्स होगी उत्थे अपना लैमडा आ जाना, तो इत्थे एक्स स्क्वेयर है तो लैमडा स्क्वेयर आ जाऊगा, इत्थे लैमडा एक्स लैमडा बाई दोनों मल्टीप्लाई च बेस सेम आ, पावर्स ऐड होकर की हो जाना अगेन लैमडा स्क्वेयर। हुण दैन वाई स्क्वेयर है, इत्थे भी नाल की आ जाना लैमडा स्क्वेयर, तो लैमडा स्क्वेयर लैमडा स्क्वेयर लैमडा स्क्वेयर उपर आ रहा कॉमन, नीचे भी लैमडा स्क्वेयर आ जाना, तो जो कॉमन कड्डांगे कैंसल हो जाना, वापस तुहाडे कोल जिहड़ी होमोजीनियस की डिग्री आ की आ रही है 0, ठीक है जी। इत्थों मैनूं प्रूव हो गया कि मेरी की आ कि होमोजीनियस डिफरेंशियल इक्वेशन तो है। नैक्सट स्टैप उन्होंने बोलता सॉल्व कि इन्हूं सॉल्व किद्दां करना, और मैं दस्सिया है कि जिहड़ी मेरी होमोजीनियस आ है ना, वो वाली जिहड़ी मेरी डिफरेंशियल इक्वेशन आ वो विदाउट सबस्टिट्यूशन सैपरेट हो ही नहीं सकती, पॉसिबिलिटी ही नहीं है इस टर्म दे विच कि वो सैपरेट हो जाए विदाउट सबस्टिट्यूशन,
ਤਾਂ ਆਪਾਂ ਤੁਹਾਨੂੰ ਦੱਸਿਆ ਕਿ ਜਦੋਂ ਸਬਸਟੀਟਿਊਸ਼ਨ ਕਰਾਉਣੀ ਹੈ ਫਿਰ ਆਪਾਂ ਕੀ ਕਰ ਦੇਣਾ y ਨੂੰ vx ਪੁੱਟ ਕਰ ਦੇਣਾ। ਦੈਨ ਉਸ ਤੋਂ ਬਾਅਦ ਕੀ ਆ ਜਦੋਂ ਆਪਾਂ ਡਿਫਰੈਂਸ਼ੀਏਟ ਕਰਾਂਗੇ ਮੇਰੇ ਤੋਂ dy/dx ਦਾ ਆਂਸਰ ਆ ਜਾਏਗਾ। ਫਿਰ ਉਹੀ dy/dx ਦੇ ਆਂਸਰ ਨੂੰ ਆਪਾਂ 1 ਦੇ ਵਿੱਚ ਇਸ ਜਗ੍ਹਾ 'ਤੇ ਪੁੱਟ ਕਰ ਦਾਂਗੇ। ਤਾਂ ਮੇਰੇ ਕੋਲ ਆਹ ਵਾਲੀ ਟਰਮ ਬਣ ਗਈ। ਫਿਰ ਉਸ ਤੋਂ ਬਾਅਦ ਆਪਾਂ ਦੇਖਣਾ ਹੈ ਕਿ ਜਿੱਥੇ ਜਿੱਥੇ y ਹੈ ਦੈਨ y ਨੂੰ ਆਪਾਂ ਕੀ ਪੁੱਟ ਕੀਤਾ ਸੀ vx। ਤੋਂ ਜਿੱਥੇ ਜਿੱਥੇ ਮੇਰਾ y ਹੋਊਗਾ ਉੱਥੇ ਆਪਾਂ ਕੀ ਪੁੱਟ ਕਰ ਦੇਣਾ ਜੀ vx। ਠੀਕ ਹੈ ਜੀ। ਦੈਨ ਫਿਰ ਮੇਰੇ ਕੋਲ ਕੀ ਬਣ ਗਿਆ ਉੱਪਰਲੀ ਸਾਈਡ ਟਰਮ 'ਚ ਐਕਸ ਸਕੁਏਅਰ ਨੀਚੇ ਵੀ ਐਕਸ ਸਕੁਏਅਰ ਆ ਕਾਮਨ ਲੈ ਕੇ ਕੱਟ ਹੋ ਗਿਆ। ਤਾਂ ਮੇਰੇ ਕੋਲ ਆਹ ਵਾਲੀ b ਵਾਲੀ ਟਰਮ ਬਚ ਗਈ ਇੱਧਰ ਸਾਰੀ। ਤਾਂ ਜਿਹੜੀ ਇੱਧਰਲੀ b ਆ ਉਹਨੂੰ ਆਪਾਂ ਆਲਵੇਜ਼ ਦੂਸਰੀ ਸਾਈਡ 'ਤੇ ਲੈ ਜਾਣਾ। ਅਤੇ ਜਦੋਂ ਆਪਾਂ ਦੂਸਰੀ ਸਾਈਡ 'ਤੇ ਲੈ ਗਏ ਸਿੰਪਲੀਫਾਈ ਕਰਕੇ ਮੇਰੇ ਕੋਲ ਇੰਨੀ ਟਰਮ ਆ ਗਈ। ਅਤੇ ਇੱਥੋਂ ਬਾਅਦ ਕੀ ਕਰਨਾ ਆਪਾਂ ਸੈਪਰੇਟ ਕਰਨਾ। ਔਰ ਸੈਪਰੇਸ਼ਨ 'ਚ ਮੈਂ ਆਲਵੇਜ਼ ਦੱਸਿਆ ਕਿ ਜਿਹੜੀ ਮੇਰੀ dx dy ਜਾਂ dv ਹੋਏਗਾ ਉਹ ਆਲਵੇਜ਼ ਡਿਨੋਮੀਨੇਟਰ 'ਚ ਆਏਗਾ, ਡਿਨੋਮੀਨੇਟਰ 'ਚ ਕਦੇ ਨਹੀਂ ਆਏਗਾ। ਤਾਂ ਧਿਆਨ ਰੱਖਣਾ। ਉਸ ਤੋਂ ਬਾਅਦ ਕੀ ਕੀਤਾ ਆਪਾਂ ਸੈਪਰੇਸ਼ਨ ਤੋਂ ਬਾਅਦ ਇੰਟੀਗ੍ਰੇਸ਼ਨ, ਦੈਨ ਇੰਟੀਗ੍ਰੇਸ਼ਨ ਤੋਂ ਬਾਅਦ ਸੋਲਵ ਆਊਟ ਕਰਦੇ ਗਏ ਸਿੰਪਲੀ ਐਜ਼ ਦੈਟ। ਸਾਰਿਆਂ ਨੂੰ ਇੰਟੀਗ੍ਰੇਸ਼ਨ ਆਉਂਦੀ ਆ। ਠੀਕ ਹੈ ਜੀ। ਦੈਨ ਲਾਸਟ 'ਚ ਆਪਣਾ ਇੰਟੀਗ੍ਰੇਸ਼ਨ ਤੋਂ ਕਰਨ ਤੋਂ ਬਾਅਦ ਵਾਪਸ ਆਂਸਰ ਆ ਰਿਹਾ। ਔਰ ਉਸੀ ਜਿਹੜੀ ਸਬਸਟੀਟਿਊਸ਼ਨ ਆਏਗੀ ਮਤਲਬ ਮੇਰੀ ਇੱਕ b ਸੀ ਦੈਨ b ਦੀ ਵਾਪਸ ਉਹੀ ਸਬਸਟੀਟਿਊਸ਼ਨ ਆਪਾਂ ਪੁੱਟ ਕਰਕੇ ਆਂਸਰ ਕੱਢ ਦੇਣਾ ਸਿੰਪਲੀ। ਐਕਸ ਵਾਈ ਦੇ ਵਿੱਚ ਆਪਾਂ ਇਕੁਏਸ਼ਨ ਸ਼ੁਰੂ ਕੀਤਾ ਸੀ ਦੈਨ ਖਤਮ ਵੀ ਆਪਾਂ ਫਿਰ ਐਕਸ ਵਾਈ ਦੇ ਵਿੱਚ ਹੀ ਖਤਮ ਕਰਾਂਗੇ। ਇਹ ਨਹੀਂ ਹੈ ਕਿ v ਦੇ ਵਿੱਚ ਖਤਮ ਕਰਨੀ ਆ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਆਪਣੇ ਕੋਲ ਸੋਲਿਊਸ਼ਨ ਮਿਲ ਜਾਏਗਾ। ਹੁਣ ਪਤਾ ਚੱਲਿਆ ਕਿ ਹੋਮੋਜੀਨੀਅਸ ਇਕੁਏਸ਼ਨ ਜੇ ਦੱਸਣੀ ਹੋਵੇ ਕਿੱਦਾਂ ਦੀ ਹੁੰਦੀ ਆ। ਔਰ ਫਿਰ ਆਪਾਂ ਇਹ ਵੀ ਆ ਕਿ ਜੇ ਉਹਨੂੰ ਸੋਲਵ ਕਰਨਾ ਆ ਤਾਂ ਸੋਲਵ ਕਰਨ ਲਈ ਸਬਸਟੀਟਿਊਸ਼ਨ ਕਿਸ ਤਰੀਕੇ ਫੋਲੋ ਕਰਨੀ ਆ। ਠੀਕ ਆ ਜੀ। ਆਈ ਹੋਪ ਇੰਨੀ ਕੁ ਚੀਜ਼ ਸਮਝ ਆਈ ਹੋਏਗੀ। ਨੈਕਸਟ ਆਪਣਾ ਆ ਰਿਹਾ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ। ਠੀਕ ਹੈ ਜੀ। ਕਿ ਇਹ ਕਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਹੁੰਦੀ ਆ। ਇਹਦੇ ਵਿੱਚ ਤੁਸੀਂ ਮੋਸਟ ਆਫ ਦੇਖੋਗੇ ਕਿ ਤੁਹਾਡੇ ਕੋਲ ਜਿਹੜੀ ਇਕੁਏਸ਼ਨ ਆ ਉਹ ਕਿਸ ਤਰ੍ਹਾਂ ਗਿਵਨ ਹੋਏਗੀ dy/dx + py = q। ਔਰ ਜਿਹੜੇ p ਐਂਡ q ਆ ਨਾ ਇਹ ਕੀ ਆ ਕਿ ਫੰਕਸ਼ਨ ਆਫ x ਹੋਣਗੇ। ਠੀਕ ਹੈ ਜੀ। x ਦੇ ਫੰਕਸ਼ਨਸ ਹੋਣਗੇ। ਹੁਣ ਇਹਨਾਂ ਨੂੰ ਮਤਲਬ ਜਿਹੜਾ ਸੋਲਵ ਕਰਨ ਦਾ ਤਰੀਕਾ ਨਾ ਬਹੁਤ ਈਜ਼ੀ ਆ ਅਗਰ ਤੁਸੀਂ ਬਾਏ ਸਟੈਪ ਸਮਝ ਕੇ ਕਰੋਗੇ ਤਾਂ। ਠੀਕ ਆ। ਫਸਟ ਸਟੈਪ ਕੀ ਆ ਕਿ ਪਹਿਲਾਂ ਤੁਹਾਡਾ ਸਟੈਪ ਇਹੀ ਚੈੱਕ ਕਰਨਾ ਆ ਜਿਹੜੀ ਵੀ ਤੁਹਾਨੂੰ ਡਿਫਰੈਂਸ਼ੀਅਲ ਇਕੁਏਸ਼ਨ ਗਿਵਨ ਹੋਏਗੀ ਉਹਨੂੰ ਤੁਸੀਂ ਇਸ ਇਕੁਏਸ਼ਨ ਦੇ ਨਾਲ ਕੰਪੇਅਰ ਕਰਨਾ। ਠੀਕ ਹੈ ਜੀ। ਕੰਪੇਅਰ ਇਹਦਾ ਮਤਲਬ ਕੀ ਹੈ ਕਿ ਜੇ ਇੱਥੇ dy/dx ਤੁਹਾਡੇ ਕੋਲ ਸਿੰਗਲ ਮਿਲ ਰਿਹਾ ਹੈ ਮਤਲਬ ਇਹ ਇੱਕ ਯੂਨਿਟੀ 'ਚ ਮਿਲ ਰਿਹਾ ਇਹਦੇ ਅੱਗੇ ਪਿੱਛੇ ਕੁਛ ਨਹੀਂ ਲੱਗਿਆ। ਠੀਕ ਹੈ ਜੀ। ਮਲਟੀਪਲਾਈ 'ਚ ਤਾਂ ਜਦੋਂ ਤੁਸੀਂ ਮਲਟੀਪਲਾਈ ਜਾਂ ਡਿਵਾਈਡ ਦੇ ਅੰਦਰ ਠੀਕ ਆ ਤਾਂ ਜਦੋਂ ਵੀ ਤੁਹਾਡੇ ਕੋਲ ਇਕੁਏਸ਼ਨ ਗਿਵਨ ਹੋਏਗੀ ਤੁਸੀਂ ਮੋਸਟ ਆਫ ਕੋਸ਼ਿਸ਼ ਕਰਨੀ ਹੈ ਕਿ ਜਿਹੜੇ dy/dx ਆ ਨਾ ਇਹਨੂੰ ਤੁਸੀਂ ਯੂਨਿਟੀ ਬਣਾ ਸਕੋ। ਅਗਰ ਇਹਦੇ ਨਾਲ ਕੁਛ ਲੱਗਿਆ ਨਾ ਉਹਨੂੰ ਦੂਸਰੀ ਸਾਈਡ ਲੈ ਜਾਓ, ਇਹਨੂੰ ਇਕੱਲਾ ਹੀ ਰਹਿਣ ਦਿਓ। ਇੰਨੀ ਗੱਲ ਸਮਝ ਲੱਗੀ। ਫਸਟ ਤੋਂ ਇਹੀ ਹੋ ਗਿਆ। ਸੈਕਿੰਡ ਤੁਸੀਂ ਕੀ ਕਰਨਾ ਆ ਇਹ ਇੰਟੀਗ੍ਰੇਟਿੰਗ ਫੈਕਟਰ ਆਉਂਦਾ ਜਿਹਨੂੰ ਤੁਸੀਂ ਮਤਲਬ ਇੰਟੀਗ੍ਰੇਸ਼ਨ ਤੋਂ ਤੁਸੀਂ ਦੇਖ ਹੀ ਚੁੱਕਿਆ। ਹੁਣ ਆ ਗਿਆ ਇੰਟੀਗ੍ਰੇਸ਼ਨ ਫੈਕਟਰ। ਠੀਕ ਹੈ ਜੀ। ਇੰਟੀਗ੍ਰੇਟਿੰਗ ਫੈਕਟਰ ਔਰ ਤੁਸੀਂ ਇਹਨੂੰ IF ਦੇ ਨਾਲ ਵੀ ਨੋਟ ਕਰ ਸਕਦੇ ਹੋ। ਠੀਕ ਹੈ ਜੀ। ਦੈਨ ਇਹ ਕਿਸ ਤਰ੍ਹਾਂ ਫਾਈਂਡ ਹੁੰਦਾ ਆ ਐਕਸਪੋਨੈਂਸ਼ੀਅਲ ਇੰਟੀਗ੍ਰੇਸ਼ਨ ਦਾ ਸਾਈਨ p of x dx। ਠੀਕ ਹੈ ਜੀ। ਇਸ ਤਰ੍ਹਾਂ ਫਾਈਂਡ ਹੁੰਦੇ ਆ ਮੇਰੇ ਇੰਟੀਗ੍ਰੇਟਿੰਗ ਫੈਕਟਰ। ਨੈਕਸਟ ਸਟੈਪ ਕੀ ਆਉਂਦਾ ਆ ਕਿ ਜਿਹੜੀ ਮੇਰੀ ਟਰਮ ਹੁੰਦੀ ਆ ਮਤਲਬ ਜੋ ਵੀ ਮੇਰੀ ਇਕੁਏਸ਼ਨ ਗਿਵਨ ਹੁੰਦੀ ਆ ਉਹਦੇ ਨਾਲ ਇੰਟੀਗ੍ਰੇਸ਼ਨ ਫੈਕਟਰ ਨੂੰ ਮਲਟੀਪਲਾਈ ਕਰ ਦੇਣਾ ਹੁੰਦਾ ਆ। ਠੀਕ ਹੈ ਜੀ। ਮਲਟੀਪਲਾਈ ਇਕੁਏਸ਼ਨ ਬਾਏ ਇੰਟੀਗ੍ਰੇਟਿੰਗ ਫੈਕਟਰ। ਠੀਕ ਆ। ਤਾਂ ਕੀ ਬਣ ਜਾਊਗਾ ਇੰਟੀਗ੍ਰੇਟਿੰਗ ਫੈਕਟਰ ਦੈਨ dy/dx plus ਇੰਟੀਗ੍ਰੇਟਿੰਗ ਫੈਕਟਰ pxy = ਇੰਟੀਗ੍ਰੇਟਿੰਗ ਫੈਕਟਰ ਨੂੰ ਮਲਟੀਪਲਾਈ ਕਰਵਾਉਣਾ ਤੁਸੀਂ q ਦੇ ਨਾਲ ਕਰਵਾਤਾ। ਠੀਕ ਆ ਜੀ। ਹੁਣ ਧਿਆਨ ਨਾਲ ਦੇਖੋ ਆਹ ਵਾਲੀ ਜਿਹੜੀ ਚੀਜ਼ ਹੈ ਇੰਨੀ ਕੁ ਕੀ ਬਣਦਾ ਪਿਆ ਆ ਪ੍ਰੋਡਕਟ ਰੂਲ ਲੱਗਦਾ u as it is derivation of v as it is derivation of u ਲੱਗਦਾ ਪਿਆ ਆ। ਅਤੇ ਇਸ ਨੂੰ ਇੰਟੀਗ੍ਰੇਸ਼ਨ ਫੈਕਟਰ ਨੂੰ ਇਹ 'ਤੇ ਇੰਨੇ ਕੁ ਏਰੀਏ 'ਤੇ ਕੀ ਲੱਗਦਾ ਪਿਆ ਮੇਰਾ ਪ੍ਰੋਡਕਟ ਰੂਲ। ਤਾਂ ਉਹ ਕੀ ਬਣ ਸਕਦਾ d/dx ਇੰਟੀਗ੍ਰੇਸ਼ਨ ਫੈਕਟਰ × y। ਠੀਕ ਹੈ ਜੀ। ਇੰਨੇ ਕੁ ਏਰੀਏ 'ਤੇ ਮੇਰਾ ਆਹ ਵਾਲਾ ਪ੍ਰੋਡਕਟ ਰੂਲ ਲੱਗ ਜਾਏਗਾ। ਠੀਕ ਹੈ ਜੀ। ਦੈਨ ਨੈਕਸਟ ਸਟੈਪ ਕੀ ਆਉਂਦਾ ਆ ਇੰਟੀਗ੍ਰੇਟ ਕਰਨਾ ਦੋਨੋਂ ਸਾਈਡ ਦੋਨੋਂ ਸਾਈਡ ਫੰਕਸ਼ਨਸ ਨੂੰ ਇੰਟੀਗ੍ਰੇਟ ਕਰਨਾ। ਤਾਂ ਇੱਕ ਤੁਹਾਡੇ ਕੋਲ ਕੀ ਬਣ ਜਾਊਗਾ d/dx ਦੈਨ ਜਿਹੜਾ ਆਹ ਵਾਲਾ ਰੂਲ ਸੀਗਾ ਇੱਥੇ ਆਪਾਂ ਲਗਾ ਕੇ ਆਹ ਵਾਲੀ ਚੀਜ਼ ਬਣਾਈ = ਕਿਹਦੇ ਕੋਲ ਆ ਗਈ IF QX। ਠੀਕ ਹੈ ਜੀ। ਹੁਣ ਆ ਗਿਆ ਇੰਟੀਗ੍ਰੇਟ ਕਰ ਦੇਣਾ ਇੰਟੀਗ੍ਰੇਟ ਬੋਥ ਸਾਈਡ with respect to
x, ठीक है जी। तो हुण तुहानूं पता ही है कि जो तुसीं इंटीग्रेट करदे हो दोनों साइड ते dx, तुहानूं पता है जिहड़ी तुहाडी डिफरेंशिएट हुंदी आ और इंटीग्रेशन हुंदी आ, डिफरेंशिएशन और द इंटीग्रेशन आपस च कैंसल हो जांदियां ने, ठीक है जी। तो तुहाडे कोल इधर की बच जाना फिर जस्ट इंटीग्रेशन फैक्टर y इज इक्वल टू इंटीग्रेशन qx dx, ठीक है जी। बिकॉज हाँ तुहानूं मैं उदा कैंसल नहीं करीदा बट तुहानूं इत्थे कैंसल करके दिखाता आ लाइक एज इट इज़ इदा कट गया। अदरवाइज तुहानूं सारिਆਂ ਨੂੰ पता आ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ कि ਜਿਹੜੀ इंटीग्रेशन आ डिफरेंशिएशन ਦੇ ਨਾਲ कैंसल हो जाती है, ठीक है जी। ये तो सारिਆਂ ਨੂੰ पता आ। दैन नैक्सट स्टैप की आंदा है, फोर्थ भी हो गया। फिफ्थ आंदा है कि डिवाइड करना होंदा, डिवाइड बोथ साइड बाय इंटीग्रेशन फैक्टर, क्यों? टू फाइंड वाई। ਆਪਾਂ ਜਦੋਂ ਲਾਸਟ 'ਤੇ ਜਾ ਕੇ ਵਾਈ ਨੂੰ ਫਾਈਂਡ ਕਰਨਾ ਹੁੰਦਾ ਹੈ ਤਾਂ ਜਿਹੜੇ ਫਿਰ ਮੇਰਾ ਇੰਟੀਗ੍ਰੇਸ਼ਨ ਫੈਕਟਰ ਹੁੰਦਾ ਆ ਉਹਨੂੰ ਇਕੁਏਸ਼ਨ ਦੇ ਦੋਨੋਂ ਸਾਈਡ ਕੀ ਕਰ ਦੇਣਾ ਹੁੰਦਾ, ਡਿਵਾਈਡ। रूल समझ लग्या। फस्ट रूल किया कि तुसीं मोस्ट देखना आ कि जिहड़ा तुहाडी आप डी वाई अपॉन डी एक्स आई की होवे यूनिटी च होवे, मतलब ये डिवाइड या मल्टीप्लाई कुछ ना होंदा होवे, ठीक है। सैकेंड तुसीं इंटीग्रेशन फैक्टर फाइंड करना। दैन थर्ड उस इंटीग्रेशन फैक्टर नूं उस इक्वेशन दे नाल मल्टीप्लाई कर देना, तुहाडे कोल आवली टर्म बन जाएगी, ठीक है जी। उस तो बाद तुसीं इंटीग्रेट कर देना इसे टर्म नूं। दैन उस तो बाद तुसीं मतलब इंटीग्रेट फैक्टर नूं डिवाइड करवा देना इसे इक्वेशन दे नाल वाई नूं फाइंड करन लई। ਹੁਣ ਇਹਨਾਂ ਰੂਲਸ ਨੂੰ ਆਪਾਂ ਡਾਇਰੈਕਟ ਸਮਸ 'ਤੇ ਅਪਲਾਈ ਕਰਦੇ ਹਾਂ ਜੋ ਤੁਹਾਨੂੰ ਈਜ਼ੀ ਸਮਝ ਲੱਗ ਸਕੇ, ਠੀਕ ਹੈ ਜੀ। ਫਸਟ ਦੇਖੋ, ਫਸਟ 'ਚ ਉਹਨੇ ਕੀ ਬੋਲਿਆ, ਫਾਈਂਡ ਦਾ ਇੰਟੀਗ੍ਰੇਟਿੰਗ ਫੈਕਟਰ। ਉਹਨੇ ਪ੍ਰੋਪਰ ਸਮ ਸੋਲਵ ਕਰਨ ਉਹਨੇ ਨਹੀਂ ਬੋਲਿਆ ਮੈਨੂੰ, ਉਹਨੇ ਸਿਰਫ ਮੈਨੂੰ ਇੰਨਾ ਬੋਲਿਆ ਫਾਈਂਡ ਦਾ ਇੰਟੀਗ੍ਰੇਟਿੰਗ ਫੈਕਟਰ, ਮਤਲਬ ਮੈਂ IF ਉਹਨਾਂ ਨੂੰ ਫਾਈਂਡ ਕਰਕੇ ਦਿਖਾਉਣਾ। ਇਕੁਏਸ਼ਨ ਮੈਨੂੰ ਗਿਵਨ ਆ 10x ਇੰਟੂ dy upon dx ਪਲੱਸ y ਇਜ਼ ਇਕੁਅਲ ਟੂ 2x ਪਲੱਸ x ਸਕੁਏਅਰ। ਹੁਣ ਮੈਂ ਸਟਾਰਟਿੰਗ 'ਚ ਹੀ ਆਪਾਂ ਹਜੇ ਮੈਂ ਕੀ ਬੋਲ ਕੇ ਹਟੀਆਂ कि जी थोड़े को इक्वेशन होएगी 10x dy upon dx प्लस y इज इक्वल टू 2x प्लस x स्क्वेयर। जो dy upon dx और यूनिटी च होना चाहिए, यूनिटी इन द सेंस वो मल्टीप्लाई या डिवाइड कुछ नहीं होना चाहिए, बट इतने की हो रहा जी 10x और 10x मैं वैनिश करना है तो मैं की करूँगी फिर 10x में सारी इक्वेशन के नाल मल्टीप्लाई करवा सॉरी डिवाइड करवा दूँगी। तो करो डिवाइडेड बाय 10x ऑन बोथ साइड, ठीक है जी। तो की बन गया 10x अपॉन 10x की बार dy अपॉन dx प्लस y अपॉन 10x इज इक्वल टू 2x प्लस x स्क्वेयर अपॉन 10x, ठीक है जी। तो बन गया 1 dy अपॉन dx में बोले से है ना यूनिटी लैके आनी आ। तो इधर देखो y हुण 10x 1 अपॉन 10x किहदा रेसिप्रोकल होएगा जी, cot x का, सब नूं पता है ना। तो की हो जाना cot x इज इक्वल टू 2x प्लस एक्स स्क्वेयर, अगेन 1 अपॉन 10x की हो जाएगा जी cot x। इन्नी चीज़ हुई, इन्नी चीज़ हुई। हुण मेरे को एग्जैक्ट इक्वेशन की बन गई dy अपॉन dx प्लस y cot x इज इक्वल टू 2x प्लस एक्स स्क्वेयर इंटू cot x। हाँ चीज़ बन गई। हुण नैक्सट स्टैप की सी कंपेयरिंग दा, ठीक है जी। तो कंपेयरिंग आप किहदे नाल करना है, dy अपॉन dx प्लस py इज इक्वल टू क्यों, ठीक है जी। हुण गल सिर्फ इंटीग्रेशन फैक्टर की हो रही है तो ये मतलब मेरे को पी के कोल आ रहा है, पी मेरे को आ रहा है कंपेयर को वाई तो वाई एज इट इज़ आ, तो पी की आ रहा है जी मेरा cot x। मैं क्यों नहीं मैंशन कर रही क्योंकि मैं इंटीग्रेशन फैक्टर फाइंड करना, और इंटीग्रेशन फैक्टर मेरा की बोलता सी जस्ट इंटीग्रेशन का फॉर्मूला यही है ना कि पी एक्स इंटीग्रेट कर दो एक्सपोनेंशियल इंटीग्रेट पी एक्स डी एक्स। तो इसलिए सिर्फ इतने गल पी दी होएगी, क्यों का तो कोई है ही नहीं है मतलब, ठीक है जी। अगर उन्हें मैंने बोलिया होंगे सम नूं सॉल्व करना आ तो मैं क्यों नूं भी मैंशन कर दी कि क्यों कि कोल आ रहा है 2x प्लस एक्स स्क्वेयर इंटू cot x से, ठीक है जी। इन्होंने जस्ट मैंने इन्हें पूछा कि इंटीग्रेशन इंटीग्रेट फैक्टर दसो की होएगा। तो नैक्सट आ जाओ हुण इंटीग्रेटिंग फैक्टर किस तरह फाइंड होना, ई एज इट इज़। हुण पी की है जी मेरे को cot x नाल की हो रहा है जी dx, इन्नी चीज़ आ रही है। और सारिਆਂ ਨੂੰ पता है कि cot x ਨੂੰ ਜਦੋਂ इंटीग्रेट करना है तो मेरे को बन जाता होंदा है log sin x। 8th चैप्टर 'ਚ ਇਹ वाले ਆਪਾਂ फॉर्मूलास कर चुके हैं इंटैग्रल दी, ठीक है जी।
ਔਰ ਤੁਹਾਨੂੰ ਪਤਾ ਹੀ ਆ ਕਿ ਈ log x ਆ ਜਾਵੇ ਜਾਂ log sin x ਆ ਜਾਵੇ ਦੈਨ ਆਨਸਰ ਤੁਹਾਡਾ ਕਿਹਦੇ ਵਿੱਚ ਆਉਣਾ ਆਲਵੇਜ਼ sin x 'ਚ। ਜੇ ਇੱਥੇ ਆ ਜਾਵੇ ਈ log x ਤਾਂ ਆਨਸਰ ਕਿਹ 'ਚ ਆਉਣਾ ਸੀ x 'ਚ। ਠੀਕ ਹੈ ਜੀ, ਇਹਦਾ ਮਤਲਬ ਕਿ ਮੇਰੇ ਕੋਲ ਇਸ ਇਕੁਏਸ਼ਨ ਦਾ ਇੰਟੀਗ੍ਰੇਟਿੰਗ ਫੈਕਟਰ ਕੀ ਆਇਆ ਜੀ sin x। ਸਟੈਪ ਸਮਝ ਲੱਗਿਆ। ਫਸਟ ਆਫ ਆਲ ਕਿ ਜਿਹੜੀ ਵੀ ਇਕੁਏਸ਼ਨ ਗਿਵਨ ਹੋਏਗੀ ਉਹਨੂੰ ਦੇਖਣਾ ਕਿ dy/dx ਮੇਰਾ ਯੂਨਿਟੀ 'ਚ ਹੋਵੇ। ਅਗਰ ਨਹੀਂ ਆ ਦੈਨ ਉਹਨੂੰ ਬਣਾਓ, ਕਿਸ ਤਰ੍ਹਾਂ ਬਣਾ ਸਕਦੇ ਹੋ। ਆਪਾਂ ਕੀ ਕੀਤਾ tan x ਦੇ ਨਾਲ ਡਿਵਾਈਡ ਕਰਵਾ ਕੇ ਉਹਨੂੰ ਯੂਨਿਟੀ 'ਚ ਬਣਾਤਾ। ਠੀਕ ਹੈ ਜੀ, ਬਾਕੀ ਇਕੁਏਸ਼ਨ ਆ ਗਈ। ਫਿਰ ਇਸ ਇਕੁਏਸ਼ਨ ਨੂੰ ਇਹਦੇ ਨਾਲ ਕੰਪੇਅਰ ਕਰਤਾ। ਦੈਨ ਆਪਾਂ p ਦੇਖ ਲਿਆ ਕੀ ਆ ਰਿਹਾ ਸੀ ਮੇਰੇ ਕੋਲ cot x, ਬਿਕੋਜ਼ y ਤੋਂ y ਆ ਰਹੀ ਹੈ ਨਾ, ਤਾਂ ਨਾਲ p ਕੀ ਆ ਗਿਆ ਜੀ cot x। ਤੋਂ ਉਹਦੇ ਤੋਂ ਹੀ ਆਪਾਂ ਇੰਟੀਗ੍ਰੇਟ ਫੈਕਟਰ ਫਾਈਂਡ ਕਰ ਲਿਆ। ਇੰਨੀ ਗੱਲ ਸਮਝ ਲੱਗੀ, ਇੰਟੀਗ੍ਰੇਟਿੰਗ ਫੈਕਟਰ ਤੋਂ ਫਾਈਂਡ ਕਰਨਾ ਆ ਗਿਆ। ਹੁਣ ਅਗਰ ਉਹ ਮੈਨੂੰ ਪੁੱਛ ਲਵੇ ਕਿ ਇਸ ਸਮ ਨੂੰ ਸੋਲਵ ਕਰੋ ਤਾਂ ਆਪਾਂ ਦੇਖਦੇ ਹਾਂ ਕਿ ਸੋਲਵ ਵਾਲਾ ਸਮ ਕਿਸ ਤਰ੍ਹਾਂ ਕਰਨਾ। ਹੁਣ ਦੇਖੋ ਸਮ ਗਿਵਨ ਆ, ਇਕੁਏਸ਼ਨ ਗਿਵਨ ਆ dy/dx ਪਲਸ y ਇਜ਼ ਇਕੁਅਲ ਟੂ cos x ਮਾਈਨਸ sin x। ਉਹਨੇ ਕੀ ਬੋਲਤਾ ਇਹਨੂੰ ਸੋਲਵ ਕਰ ਦਿਓ। ਠੀਕ ਹੈ ਜੀ, ਹੁਣ ਮੈਨੂੰ ਪਤਾ ਹੈ ਕਿ ਇਕੁਏਸ਼ਨ ਪਹਿਲਾਂ ਤਾਂ ਮੈਂ ਦੇਖ ਲਿਆ ਕਿ ਬਈ ਯੂਨਿਟੀ 'ਚ ਆ, ਯੂਨਿਟੀ 'ਚ ਬਣਾਉਣ ਦੀ ਲੋੜ ਹੀ ਨਹੀਂ ਬਿਕੋਜ਼ ਯੂਨਿਟੀ 'ਚ ਹੀ ਪਈ ਹੋਈ ਆ। ਠੀਕ ਆ, ਤਾਂ ਕੀ ਕਰਾਂਗੇ ਡਾਇਰੈਕਟ ਆਪਾਂ ਕੰਪੇਅਰ ਕਰ ਦਾਂਗੇ। ਕੰਪੇਅਰਿੰਗ ਇਟ ਵਿਦ ਕਿਹਦੇ ਨਾਲ ਕਰਾਂਗੇ ਜੀ ਕਿਹੜੀ ਇਕੁਏਸ਼ਨ ਨਾਲ dy/dx ਪਲਸ py ਇਜ਼ ਇਕੁਅਲ ਟੂ q ਦੇ ਨਾਲ। ਠੀਕ ਆ, ਇਹਦੇ ਨਾਲ ਹੀ ਕੰਪੇਅਰ ਕਰਾਂਗੇ। ਹੁਣ ਦੇਖੋ ਮੇਰੇ ਕੋਲ ਫਿਰ ਕੀ ਬਣਦਾ ਹੈ, ਵੀ ਗੈਟ p ਇੱਥੇ ਕੀ ਹੋਏਗਾ 1, ਮਗਰ y ਦੇ ਨਾਲ ਕੁਛ ਨਹੀਂ ਆ ਤਾਂ ਕੀ ਹੁੰਦਾ ਹੈ ਜੀ 1 ਹੀ ਹੁੰਦਾ ਆ। ਠੀਕ ਹੈ ਜੀ, ਐਂਡ q ਕੀ ਹੋਏਗਾ cos x ਮਾਈਨਸ sin x, cos x ਮਾਈਨਸ sin x ਕੀ ਆ ਗਿਆ ਮੇਰੇ ਕੋਲ q। ਇੰਨੀ ਗੱਲ ਸਮਝ ਲੱਗੀ। ਸਟੈਪ ਦੇਖੋ, ਫਸਟ ਕੀ ਸੀਗਾ ਕਿ ਆਪਾਂ ਕੰਪੇਅਰ ਕਰਨਾ ਆ, ਆਪਾਂ ਕੰਪੇਅਰ ਕਰ ਲਿਆ ਇਕੁਏਸ਼ਨ ਨੂੰ, ਉਹਦੇ ਵਿੱਚੋਂ p ਔਰ q ਦੀਆਂ ਵੈਲਿਊਜ਼ ਦੇਖ ਲਈਆਂ। ਨੈਕਸਟ ਕੀ ਸੀ ਜੀ ਇੰਟੀਗ੍ਰੇਟਿੰਗ ਫੈਕਟਰ। ਤਾਂ ਚਲੋ ਇੰਟੀਗ੍ਰੇਟਿੰਗ ਫੈਕਟਰ ਫਾਈਂਡ ਕਰਦੇ ਹਾਂ। ਦੈਨ ਇੰਟੀਗ੍ਰੇਟਿੰਗ ਫੈਕਟਰ ਮੇਰਾ ਕਿਹਦੇ ਕੋਲ ਹੁੰਦਾ ਹੈ ਜੀ ਐਕਸਪੋਨੈਂਸ਼ੀਅਲ p ਫੰਕਸ਼ਨ dx। ਠੀਕ ਹੈ ਜੀ, ਐਕਸਪੋਨੈਂਸ਼ੀਅਲ p ਕਿੰਨਾ ਹੈ ਮੇਰੇ ਕੋਲ 1 dx, ਅਤੇ ਇਹ ਕੀ ਆ ਗਿਆ ਜੀ ਮੇਰਾ ex। ਐਕਸਪੋਨੈਂਸ਼ੀਅਲ ਫੰਕਸ਼ਨ ਮੇਰਾ ਕਿੰਨਾ ਆ ਗਿਆ ਜੀ, ਮਤਲਬ ਇੰਟੀਗ੍ਰੇਟਿੰਗ ਫੰਕਸ਼ਨ ਕੀ ਆ ਗਿਆ ਐਕਸਪੋਨੈਂਸ਼ੀਅਲ ex। ਠੀਕ ਹੈ ਜੀ, ਇੰਨੀ ਗੱਲ ਸਮਝ ਲੱਗੀ, ਇੰਨੀ ਗੱਲ ਸਮਝ ਲੱਗੀ ਸਾਰਿਆਂ ਨੂੰ। ਹੁਣ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਸੀਗਾ ਕਿ ਮਲਟੀਪਲਾਈ ਕਰਵਾ ਦੇਣਾ ਇੰਟੀਗ੍ਰੇਟਿੰਗ ਫੈਕਟਰ ਨੂੰ ਸਾਰੀ ਇਕੁਏਸ਼ਨ ਦੇ ਨਾਲ। ਤਾਂ ਮੇਰੀ ਸਾਰੀ ਇਕੁਏਸ਼ਨ ਕੀ ਆ ਆਹ ਵਾਲੀ। ਠੀਕ ਆ, ਇਹਦੇ ਨਾਲ ਮੈਂ ਕੀ ਮਲਟੀਪਲਾਈ ਕਰਵਾ ਰਹੀ ਹਾਂ ਜੀ ਇੰਟੀਗ੍ਰੇਸ਼ਨ ਫੈਕਟਰ ਨੂੰ, ਤਾਂ ਕਰਵਾ ਦਿਓ। ਤਾਂ ਕੀ ਬਣ ਜਾਊਗਾ ਫਸਟ ਮਲਟੀਪਲਾਈ ਇੰਟੀਗ੍ਰੇਟਿੰਗ dy/dx, ਦੈਨ ਅਗੇਨ ਮਲਟੀਪਲਾਈ ਕਰਵਾ ਦਿਓ ਇੰਟੀਗ੍ਰੇਟ ਫੰਕਸ਼ਨ y ਦੇ ਨਾਲ, ਦੈਨ ਮਲਟੀਪਲਾਈ ਕਰਵਾ ਦਿਓ ਕਿਹਦੇ ਨਾਲ q ਦੇ ਨਾਲ, ਮਤਲਬ cos x ਮਾਈਨਸ sin x ਦੇ ਨਾਲ। ਇੰਨੀ ਗੱਲ ਹੋਈ। ਹੁਣ ਆ ਤੁਹਾਡਾ ਬਣ ਰਿਹਾ ਨਾ ਅਗੇਨ u v ਪ੍ਰੋਡਕਟ ਰੂਲ। ਠੀਕ ਹੈ ਜੀ, ਪ੍ਰੋਡਕਟ ਰੂਲ ਬਣ ਰਿਹਾ ਤਾਂ ਕੀ ਬਣ ਜਾਏਗਾ d/dx ex y ਨੂੰ ਲਿਖ ਸਕਦੇ ਹਾਂ। ਠੀਕ ਹੈ, ਤਾਂ ਇੱਧਰ ਕੀ ਬਣ ਗਿਆ ex cos x ਮਾਈਨਸ sin x। ਠੀਕ ਹੈ ਜੀ, ਮਲਟੀਪਲਾਈ ਕਰਵਾਉਣ ਤੋਂ ਬਾਅਦ ਜਦੋਂ ਤੁਹਾਡਾ ਪ੍ਰੋਡਕਟ ਰੂਲ ਵੀ ਬਣ ਜਾਂਦਾ ਆ, ਬਣਾ ਲਿਆ। ਉਸ ਤੋਂ ਬਾਅਦ ਕੀ ਆਉਂਦਾ ਨੈਕਸਟ ਸਟੈਪ, ਤੁਸੀਂ ਇੰਟੀਗ੍ਰੇਟ ਕਰ ਦੇਣਾ ਦੋਨੋਂ ਸਾਈਡ 'ਤੇ ਵਿਦ ਰਿਸਪੈਕਟ ਟੂ x। ਜਦੋਂ ਮੈਂ ਦੋਨੋਂ ਸਾਈਡ 'ਤੇ ਇੰਟੀਗ੍ਰੇਟ ਕਰਨਾ ਹੈ ਤੁਹਾਨੂੰ ਪਤਾ ਹੀ ਆ ਕਿ ਫਿਰ ਡਿਫਰੈਂਸ਼ੀਏਟ ਇੰਟੀਗ੍ਰੇਸ਼ਨ ਆ ਕੈਂਸਲ ਹੋ ਕੇ ਮੇਰੇ ਕੋਲ ਬਚ ਕੀ ਜਾਣਾ ਇੱਧਰ ਸਿਰਫ y ਇੰਟੂ x, ਦੈਨ ਇੱਧਰ ਕੀ ਆ ਜਾਣਾ ex cos x ਮਾਈਨਸ sin x। ਠੀਕ ਹੈ ਜੀ, ਹੁਣ ਆ ਜਾਓ ਧਿਆਨ ਨਾਲ ਸਮ 'ਤੇ ਕਿ ਹੁਣ ਕੀ ਬਣਦਾ ਪਿਆ। ਹੁਣ ਆਹ ਜਿਹੜੀ ਚੀਜ਼ ਆ ਇਹ ਤੁਸੀਂ ਆਲਰੇਡੀ ਫਿਰ 8th ਚੈਪਟਰ ਦੇ ਕਨਸੈਪਟ 'ਚ ਕਲੀਅਰ ਕੀਤੀ ਆ। ਤੁਹਾਨੂੰ ਦੇਖ ਕੇ ਕੁਛ ਲੱਗਦਾ ਇਹ ਕਿ ਫੰਕਸ਼ਨ ਪਿਆ ਹੋਇਆ, ਉਸੇ ਫੰਕਸ਼ਨ ਦੇ ਨਾਲ ਕੀ ਪਈ ਹੋਈ ਆ ਡੈਰੀਵੇਸ਼ਨ। ਫੰਕਸ਼ਨ cos x ਆ, cos x ਦੀ ਡੈਰੀਵੇਸ਼ਨ ਕੀ ਹੁੰਦੀ ਆ ਮਾਈਨਸ sin x। ਠੀਕ ਹੈ ਜੀ, ਅਤੇ ਇਹ ਤੁਸੀਂ ਫਾਰਮੂਲਾ ਕਰ ਚੁੱਕੇ ਹੋ, ਅਤੇ ਇਸੇ ਲਈ ਮੈਂ ਕਹਿ ਰਹੀ ਹਾਂ ਵਾਰ-ਵਾਰ ਕਿ ਜਿਹੜਾ ਇੰਟੀਗ੍ਰੇਸ਼ਨ ਵਾਲਾ ਆਪਾਂ ਚੈਪਟਰ ਕੀਤਾ ਸੀ ਉਹਦੇ ਕਨਸੈਪਟਸ ਨੂੰ ਮਿਸ ਨਾ ਕਰੋ। ਠੀਕ ਹੈ ਜੀ, ਤਾਂ ਕੀ ਬਣ ਗਿਆ ਐਕਸਪੋਨੈਂਸ਼ੀਅਲ ਤਾਂ ਲੱਗ ਹੀ ਰਿਹਾ ਆ, ਨਾਲ ਕੀ ਆ ਜੀ ਮੇਰਾ ਫੰਕਸ਼ਨ ਹੋ ਰਿਹਾ ਆ, ਪਲੱਸ ਨਾਲ ਕੀ ਹੋ ਰਹੀ ਆ ਫੰਕਸ਼ਨ ਦੀ ਡੈਰੀਵੇਸ਼ਨ ਹੋ ਰਹੀ ਆ। ਠੀਕ ਹੈ ਜੀ, ਅਤੇ ਇਹਦਾ ਆਨਸਰ ਕਿਹਦੇ ਕੋਲ ਆਉਂਦਾ ਹੈ ਐਕਸਪੋਨੈਂਸ਼ੀਅਲ ਫੰਕਸ਼ਨ ਪਲੱਸ ਕੌਂਸਟੈਂਟ ਦੇ ਇਕੁਅਲ। ਠੀਕ ਹੈ ਜੀ, ਆਹੀ ਚੀਜ਼ ਆਪਾਂ ਕਰ ਚੁੱਕੇ ਹਾਂ ਕਿ ਐਕਸਪੋਨੈਂਸ਼ੀਅਲ ਪਿਆ ਹੋਇਆ ਆ, ਫੰਕਸ਼ਨ ਵੀ ਪਿਆ ਹੋਇਆ, ਪਲੱਸ ਫੰਕਸ਼ਨ ਦੇ ਨਾਲ ਕੀ ਪਈ ਹੋਈ ਆ ਡੈਰੀਵੇਸ਼ਨ। तो डी एक्स तो सारी लगेगा ही। ठीक है जी, तो यदा आंसर कि आना एक्सपोनेंशियल फंक्शन प्लस सी दे, तो इतने की बन जूगा मेरे को
y ਐਕਸਪੋਨੈਂਸ਼ੀਅਲ ਐਜ਼ ਇਟ ਇਜ਼ ਇਕੁਅਲ ਟੂ ਇਹਦਾ ਸਾਰੇ ਦਾ ਆਂਸਰ ਕੀ ਬਣਨਾ ਐਕਸਪੋਨੈਂਸ਼ੀਅਲ ਫੰਕਸ਼ਨ ਕੀ ਆ ਮੇਰੇ ਕੋਲ cos x ਨਾਲ ਕੀ ਆ ਰਿਹਾ ਪਲੱਸ ਕੌਂਸਟੈਂਟ ਇੰਨੀ ਚੀਜ਼ ਹੋਈ ਦੈਨ ਇੰਟੀਗ੍ਰੇਟ ਕਰਤਾ ਉਸ ਤੋਂ ਬਾਅਦ ਕਿਸੇ ਕਿ ਡਿਵਾਈਡ ਕਰ ਦੇਣਾ ਹੈ ਬੋਥ ਸਾਈਡ ਇੰਟੀਗ੍ਰੇਟ ਫੰਕਸ਼ਨ ਨੂੰ ਠੀਕ ਹੈ ਮਤਲਬ ਇੰਟੀਗ੍ਰੇਸ਼ਨ ਫੰਕਸ਼ਨ ਦੇ ਨਾਲ ਸੌਰੀ ਡਿਵਾਈਡ ਕਰਨਾ ਆਪਾਂ ਦੋਨੋਂ ਸਾਈਡ ਇੰਟੀਗ੍ਰੇਸ਼ਨ ਫੰਕਸ਼ਨ ਦੇ ਨਾਲ ਕਿਉਂਕਿ ਆਪਾਂ ਕੀ ਫਾਈਂਡ ਕਰ ਦੇਣੀ y ਮਤਲਬ ਮੈਂ y ਫਾਈਂਡ ਕਰਨੀ ਆ ਇਹਦਾ ਮਤਲਬ ਆਲਰੇਡੀ ਇਹਦੇ ਨਾਲ ਐਕਸਪੋਨੈਂਸ਼ੀਅਲ ਲੱਗਾ ਆ ਮੈਨੂੰ ਮੈਂ y ਫਾਈਂਡ ਕਰਨੀ ਆ y ਦਾ ਮਤਲਬ ਕਿ ਮੈਂ ਇਕੱਲੀ y ਫਾਈਂਡ ਕਰਨੀ ਆ ਉਹਦੇ ਨਾਲ ਕੁਛ ਨਾ ਹੋਵੇ ਤਾਂ ਆਪਾਂ ਕੀ ਕਰਵਾ ਦੇਵਾਂਗੇ ਡਿਵਾਈਡ ਕਰਵਾ ਦੇਵਾਂਗੇ ਡਿਵਾਈਡਡ ਬਾਏ इंटीग्रेट फैक्टर मतलब एक्सपोनेंशियल बाय ऑन बोथ साइड तो की बनता है y एक्सपोनेंशियल अपॉन एक्सपोनेंशियल फंक्शन दैन ex cos x अपॉन ex ठीक है जी दैन प्लस c अपॉन ex कैंसल कर दो तो मेरे को की बन गया y इज इक्वल टू cos x प्लस सी एक्सपोनेंशियल ऊपर जाके की हो जाएगा इनवर्स ठीक है जी दैन एक ही मेरे को y की इक्वेशन मिल गई मतलब मैं y मिल गई तो एक ही हो जाना मेरा रिक्वायर्ड सल्यूशन समझ लगी जी ध्यान नाल देखो मेरे को की आ इक्वेशन गिवन होएगी पहले तो मैं देखना अगर यूनिटी च आ तो सही आ अगर यूनिटी च नहीं है तो आप इस तरीके नाल बना लेना ठीक है ये गल समझ आ गई नैक्सट किसी कंपेयर करना कंपेयर करने तो बाद आप पी देख लेनी और क्यू देख लेनी ठीक है जी उस तो बाद मेरा सैकेंड क्या इंटीग्रेटिंग फैक्टर फाइंड करना आप इंटीग्रेटिंग फैक्टर फाइंड किया उस तो बाद की उस इंटीग्रेटिंग फैक्टर नू इक्वेशन के नाल मल्टीप्लाई करवाना तो आप इंटीग्रेटिंग फैक्टर के नाल आ मेरी इक्वेशन सी इस इक्वेशन इतने सारे नाल मल्टीप्लाई करवाता तो ये मेरा की बन गया फिर प्रोडक्ट रूल एज इट इज़ उस तो बाद की आ जाता है कि इंटीग्रेट करवा देना फोर्थ स्टैप ठीक है जी फोर्थ स्टैप की सी मेरा इंटीग्रेट करवाने दोनों साइड तो आप दोनों साइड विद रिस्पैक्ट टू इंटीग्रेट करवाई और जोड़े इदा के फॉर्मूलाज बनने हैं ना सारे ये आप सारे 8th चैप्टर कर चुके हैं तो इसलिए मैं बार बार कह रही हाँ कि 8th चैप्टर में चंगी तरह वो कॉन्सैप्ट में समझ लियो ठीक है जी तो अपलाई किया दैन आंसर क्या आ रहा सी आप इतने पुट करता फिर मैंने की सी 5th के मैं वाई लिए सॉल्व करना सी दैन वाई में सॉल्व करने की करेंगे इंटीग्रेटिंग फैक्टर में डिवाइड करा देंगे और करवाता तो मेरे को वाई नाल दी इक्वेशन मिल गई वाई की आ गई इज इक्वल टू कॉज एक्स प्लस सी इनवर्स ऑफ एक्सपोनेंशियल एक ही बन गया मेरे को रिक्वायर्ड सल्यूशन समझ लगी बाय स्टैप आप किस तरह किया तुसी मोस्ट ऑफ सम नू डायरैक्ट इदा समझण दी बजाय तुसी नाल वाले सारे स्टैप नू फॉलो करना है ठीक है इन्होंने जिद्दां तुसी नाल नाल लिखी जाओगे और करी जाओगे उस तरीके नाल तुहाडा सारा सम प्रॉपरली सॉल्व हो जाना अगर तुसी डायरैक्ट करने की कोशिश करोगे तुसी कुछ ना कुछ पॉइंट मिस कर ही देना ठीक है इस तो बेहतर किया कि पहलों तुसी ये सारे रूल्स नू समझ लो ठीक है जी रूल्स नू समझ लो रूल्स नू नाल लिख लो रूल्स के अकॉर्डिंग सम नू ट्राई करियो जिद्दां आपां तुहानूं हुणे सारा करके दिखाया ठीक है जी 5 रूल्स आप 5 दे 5 इत्थे अपलाई करवाए 1 बाय 1 और अपना सम प्रॉपरली स्मूथली निकल गया हुण इन्नी गल समझ लगी होमोजीनियस फंक्शन किस तरह सॉल्व आउट करना और लीनियर डिफरेंशियल इक्वेशन ठीक है जी इनू किस तरह सॉल्व आउट करना है कंपेयर करके इक्वेशन के नाल ठीक आ और तुहाडे जिहड़े तुहाडा सिलेबस आ उहदे विच आपां सारिआं ने डी वाई अपॉन डी एक्स वाले सारे सम करने आ जिहड़े डी एक्स अपॉन डी वाई वाले होणगे ना वो एक दो ही सम होणगे वो आपां नहीं करने बिकॉज सिलेबस दे विच वो वाले सम उन्होंने कट दिते आ ठीक है जी तो मतलब एक दो ही सम होणगे आ तो सम भी एक दो ही होणगे एग्जाम्पल्स भी एक दो ही होणगियां जिहड़ियां डी एक्स अपॉन डी वाई दियां होणगियां वो नहीं करनियां तुसीं किहड़ियां करनियां सारियां डी वाई अपॉन डी एक्स वालियां ठीक है जी चैप्टर खत्म ध्यान नाल समझ के इकल्ला सम करना अगर किसी सम च प्रॉब्लम आऊगी फिर पूछ लियो और कॉन्सैप्ट्स का मेन मतलब क्या है कि तुसीं जिहड़ा भी मैं स्टैप रूल्स लिखवाए ना उन्होंने रूल्स के अकॉर्डिंग करूँगे सम तो स्मूथली निकल जाने विदाउट रूल करूँगे कुछ ना कुछ गड़बड़ करूँगे ठीक है जी और जोड़े आप 8th चैप्टर तो इन्ना बोल रहे हैं कि हाँ जी वो कॉन्सैप्ट्स क्लीयर कर लो दैन उन्होंने क्लीयर ही कर लो तो वधिया ठीक है जी अगर किसी समझ प्रॉब्लम आऊगी तो पूछ लियो।